ਤਾਂ ਉਹ ਇੰਨਾ ਇੰਗਰੇਵ ਹੋ ਗਿਆ ਮੇਰੀ ਲਾਈਫ ਸਟਾਈਲ 'ਚ ਕਿ ਉੱਥੇ ਹਰ ਵੀਕਐਂਡ 'ਚ ਅਸੀਂ ਹਾਈਕ ਵਾਸਤੇ ਜਾਣਾ। ਅੰਦਰੋਂ ਇਤਨਾ ਬੁਲੰਦ ਸੀ ਮੇਰਾ ਉਹ ਪਲਾਨ ਕਿ ਮੈਂ ਐਵਰੈਸਟ ਕਲਾਈਮ ਕਰਨਾ, ਉਹੀ ਮਕਸਦ ਲਈ ਕੈਨੇਡਾ ਮੂਵ ਕੀਤਾ ਸੀ। ਐਵਰੈਸਟ ਤੋਂ ਕਲਾਈਮ ਕਰਕੇ ਘਰੇ ਨਹੀਂ ਬੈਠਣਾ ਸੀਗਾ ਤੇ ਉਹਨੂੰ ਕੰਟੀਨਿਊ ਕਰਨਾ ਸੀਗਾ ਤੇ ਇਹਨਾਂ ਨੇ ਕੰਟੀਨਿਊ ਕੀਤਾ ਤੇ ਇਹਨਾਂ ਨੇ ਬਹੁਤ ਸਾਰੇ ਹੋਰ ਇੰਡੀਵਿਜੂਅਲਸ ਨੂੰ ਆਪਣੇ ਨਾਲ ਲੈ ਕੇ ਆਪਣੀ ਮੋਟੀਵੇਸ਼ਨ ਦਿੱਤੀ, ਜਿਹਦੇ ਨਾਲ ਇਹਨਾਂ ਨੇ ਇਹ ਕੰਟੀਨਿਊ ਕੀਤਾ। ਦੇਖੋ ਜੀ, ਮੈਂ ਮਾਊਂਟ ਐਵਰੈਸਟ ਤੋਂ ਪਹਿਲਾਂ 16 ਮਾਊਂਟੇਨਸ ਜਿਹੜੇ ਕਲਾਈਮ ਕੀਤੇ ਆਲ ਓਵਰ ਦ ਵਰਲਡ, ਤੇ ਉਹ ਤੋਂ ਬਾਅਦ ਮੈਂ ਜੰਗਲ ਅਲਟਰਾ ਜਿਹੜੀ ਕੀਤੀ ਐਕਸਟ੍ਰੀਮ, ਉਹ ਕਿ ਉੱਥੇ ਦੀ ਜਿਹੜੀ ਰੇਨ ਫੋਰੈਸਟ ਹੈ ਉੱਥੇ 100% ਹਿਊਮਿਡਿਟੀ ਹੈ, ਉਹਦੇ ਵਿੱਚ ਸਰਵਾਈਵ ਕਰਨਾ ਤੇ ਰਿਵਰ ਦੇ ਵਿੱਚ ਕ੍ਰਾਸਿੰਗ ਕਰਨਾ ਤੇ ਵਾਈਲਡ ਲਾਈਫ ਨਾਲ ਡੀਲ ਕਰਨਾ, ਮਤਲਬ ਉਹ ਐਕਸਪੀਰੀਅੰਸ ਕਰਨਾ ਇਸ ਸਮਥਿੰਗ ਡਿਫਰੈਂਟ, ਯੂ ਨੋ। ਮੁਸ਼ਕਿਲ ਵਰਡ ਨੂੰ ਥੋੜ੍ਹਾ ਜਿਹਾ ਡਿਫਰੈਂਟਲੀ ਐਕਸੈਪਟ ਕਰਦਾ ਹਾਂ। ਮੇਰੇ ਲਈ ਮੁਸ਼ਕਿਲ ਵਰਡ ਮੀਨਸ ਅ ਚੈਲੰਜ, ਤੇ ਉਹ ਮਾਈਂਡ ਸੈਟ ਹੋਣਾ ਚਾਹੀਦਾ। ਕੋਈ ਵੀ ਚੀਜ਼ ਮੁਸ਼ਕਿਲ ਨਹੀਂ ਹੈ, ਇਟਸ ਐਨ ਓਪਰਚੁਨਿਟੀ। ਲੋਕੀ ਤੁਹਾਨੂੰ ਪੁੱਛਣ ਕਿ what you're doing, you know, how you do it, and so I think ਉਹ ਥੋੜ੍ਹਾ ਜਿਹਾ ਸੈਲਫ ਰਿਫਲੈਕਸ਼ਨ ਮੈਡੀਟੇਸ਼ਨ ਕਰਕੇ ਆਇਆ ਕਿ ਆਪਣੇ ਆਪ ਨੂੰ ਹੀ ਇੰਪਰੂਵ ਕਰੋ, ਆਪਣੇ ਆਪ 'ਚ ਟਾਈਮ ਦਿਓ ਤਾਂ ਕਿ ਤੁਸੀਂ ਕੁਝ ਹੋਰ ਵੀ ਸ਼ੇਅਰ ਕਰ ਸਕੋ। ਅਸੀਂ ਵੀ ਰਨ ਕਰਦੇ ਹਾਂ, ਅਸੀਂ ਥੱਕ ਜਾਂਦੇ ਹਾਂ, ਅਸੀਂ ਕਹਿੰਦੇ ਹਾਂ ਹਾਏ ਅਸੀਂ ਹੁਣ ਰੈਸਟ ਕਰਨੀ ਆ, ਹੁਣ ਅਸੀਂ ਇਹ ਨਹੀਂ ਕਰਨਾ, ਹੁਣ ਕੱਲ੍ਹ ਨੂੰ ਨਹੀਂ ਅਸੀਂ ਰਨ ਕਰਨਾ। ਪਰ ਤੁਹਾਡੇ ਜਿਵੇਂ ਤੁਸੀਂ ਦੱਸਿਆ ਰੋਜ਼ ਸਵੇਰੇ 4 ਵਜੇ ਉੱਠਣਾ, ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਆਪਣਾ ਸੈੱਟ ਕਰਕੇ ਪੈਂਦੇ ਹੋ ਕਿ ਆਹ ਮੇਰਾ ਗੋਲ ਹੈ। ਕਿੱਥੋਂ ਤੁਹਾਨੂੰ ਮੋਟੀਵੇਸ਼ਨ ਮਿਲਦੀ ਆ? ਭੱਜਦੇ ਥੱਕ ਜਾਂਦੇ ਹੋ, ਕੀ ਦਿਮਾਗ 'ਚ ਲੈ ਕੇ ਆਉਂਦੇ ਹੋ ਕਿ ਨਹੀਂ ਅੱਗੇ ਚੱਲਣਾ ਹੈ, ਅਜੇ ਚੱਲਣਾ ਹੈ? ਸਿਰਫ 12 ਲੋਕੀ ਜਾ ਰਹੇ ਨੇ ਅਸੀਂ ਵਰਲਡ ਤੋਂ, ਅੱਛਾ, ਤੇ 2 ਕੈਨੇਡੀਅਨ ਹੈ, ਤੇ ਉਹਦੇ ਵਿੱਚ ਮੇਰਾ ਨਾਮ ਆ ਗਿਆ ਤੇ ਆਈ ਐਮ ਲੱਕੀ ਕਿ ਮਤਲਬ ਨੇਚਰ ਨੇ ਮੈਨੂੰ ਪੂਰਾ ਸਪੋਰਟ ਕੀਤਾ ਨਾ। ਥੈਂਕ ਇੱਕ ਦੋ ਮੈਸੇਜ ਦੇਣੇ ਸਪੈਸ਼ਲੀ ਯੂਥ ਵਾਸਤੇ ਕਿ ਕੰਫਰਟ ਜ਼ੋਨ ਤੋਂ ਬਾਹਰ ਨਿਕਲੋ। ਅੱਜ ਕੱਲ੍ਹ ਅਸੀਂ ਟੈਕਨੋਲੋਜੀ 'ਤੇ ਇੰਨਾ ਕੁਛ ਚੁੱਕੇ ਹਾਂ, ਟੀਵੀ ਫੋਨ, ਇਹ ਨਹੀਂ ਹੈ ਰੀਅਲ ਵਰਲਡ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬ ਟਾਕਸ ਟੀਵੀ ਤੇ ਅੱਜ ਸਾਡੇ ਨਾਲ ਮੌਜੂਦ ਨੇ ਦਲੀਪ ਸਿੰਘ, ਜਿਹੜੇ ਕਿ ਇੰਡੀਆ ਤੋਂ ਰਾਜਸਥਾਨ ਤੋਂ ਪਿਲਾਨੀ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਆ ਤੇ ਇਹ ਵਿਨੀਪੈਗ ਮੈਨੀਟੋਬਾ ਦੇ ਸ਼ਹਿਰ ਵਿੱਚ ਵਿਨੀਪੈਗ 'ਚ 2010 ਤੋਂ ਰਹਿ ਰਹੇ ਨੇ। ਤੇ ਇਹਨਾਂ ਨੂੰ ਸਾਡੇ ਸਟੂਡੀਓ 'ਚ ਲਿਆਉਣ, ਸਾਡੇ ਪ੍ਰੋਗਰਾਮ 'ਚ ਲਿਆਉਣ ਦਾ ਇੱਕ ਬਹੁਤ ਵੱਡਾ ਕਾਰਨ ਆ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਿਹਤ ਜਿਹੜੀ ਆ ਉਹ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਤੇ ਅਸੀਂ ਹਮੇਸ਼ਾ ਆਪਣੀ ਸਿਹਤ ਨੂੰ ਅੱਗੇ ਲਿਆਉਣ ਦੇ ਬਾਵਜੂਦ ਅਸੀਂ ਆਪਣੇ ਦੂਜੇ ਕੰਮਾਂ ਕਾਰਾਂ ਨੂੰ ਅੱਗੇ ਲੈ ਆਉਂਦੇ ਹਾਂ। ਤੇ ਜਿੰਨੀ ਦੇਰ ਦਾ ਮੈਂ ਇਹਨਾਂ ਨੂੰ ਜਾਣਦੀ ਹਾਂ, ਮੈਂ ਉਨੀ ਦੇਰ ਦਾ ਇਹੀ ਦੇਖਿਆ ਕਿ ਇਹਨਾਂ ਨੇ ਹਮੇਸ਼ਾ ਆਪਣੀ ਸਿਹਤ, ਐਕਸਰਸਾਈਜ਼ ਨੂੰ ਅੱਗੇ ਰੱਖਿਆ। ਇੱਥੇ ਮੂਵ ਹੋਣ ਦੇ ਬਾਅਦ ਵੀ ਇਹਨਾਂ ਨੇ ਇਹੀ ਆਪਣਾ ਮੋਟਿਵ ਰੱਖਿਆ ਕਿ ਮੇਰੀ ਸਿਹਤ ਪਹਿਲਾਂ ਆ। ਤੇ ਇਸ ਕਰਕੇ ਮੈਂ ਚਾਹੁੰਦੀ ਸੀ ਕਿ ਅਗਰ ਆਪਾਂ ਇਹਨਾਂ ਨਾਲ ਕੁਝ ਗੱਲਾਂ ਬਾਤਾਂ ਕਰੀਏ, ਇਹ ਸਾਡੇ ਨਾਲ ਸ਼ੇਅਰ ਕਰਨ ਤਾਂ ਕਿ ਅਸੀਂ ਇਹਨਾਂ ਤੋਂ ਕੁਝ ਸਿੱਖ ਸਕੀਏ ਤੇ ਆਪਣੀ ਸਿਹਤ ਨੂੰ ਅੱਗੇ ਰੱਖ ਸਕੀਏ। ਦੂਜੀ ਗੱਲ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਇਹਨਾਂ ਨੇ ਮਾਊਂਟ ਐਵਰੈਸਟ ਕਲਾਈਮ ਕੀਤਾ। ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਮਾਊਂਟ ਐਵਰੈਸਟ ਵਨ ਆਫ ਦ ਟਾਪ ਬਿਗੇਸਟ ਮਾਊਂਟੇਨ ਹੈਗੀ ਆ ਵਰਲਡ ਦੇ ਵਿੱਚ, ਤੇ ਇਹ ਸਾਡੇ ਪਹਿਲੇ ਇੰਡੋ ਕੈਨੇਡੀਅਨ ਸੀਗੇ ਸਾਡੇ ਕੈਨੇਡਾ 'ਚੋਂ, ਜਿਹੜੀ ਕਿ ਬੜੀ ਮਾਣ ਵਾਲੀ ਗੱਲ ਹੈ ਕੈਨੇਡਾ ਦੇ ਸਾਰੇ ਇੰਡੋ ਕੈਨੇਡੀਅਨਸ ਲਈ ਤੇ ਇੰਡੀਆ ਵਾਸਤੇ ਆਫ ਕੋਰਸ। ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਤੇ ਸਤਿ ਸ਼੍ਰੀ ਅਕਾਲ ਦਲੀਪ ਜੀ। ਸਤਿ ਸ਼੍ਰੀ ਅਕਾਲ ਜੀ ਸਿਮਰਨ ਜੀ, ਥੈਂਕ ਯੂ ਮੈਨੂੰ ਇੱਥੇ ਇਨਵਾਈਟ ਕਰਨ ਲਈ। ਤੁਹਾਡਾ ਬਹੁਤ ਸ਼ੁਕਰੀਆ। ਤੇ ਤੁਸੀਂ ਦੱਸੋ ਆਪਣੇ ਬਾਰੇ ਕਿ ਤੁਸੀਂ ਕਦੋਂ ਮੂਵ ਹੋਏ ਇੱਥੇ, ਤੁਹਾਨੂੰ ਕੀ ਅੰਦਰੋਂ ਇਨਸਟਿੰਕਟ ਸੀਗੀ ਕਿ ਤੁਸੀਂ ਮਾਊਂਟ ਐਵਰੈਸਟ ਕਲਾਈਮ ਕਰਨੀ ਆ, ਕਦੋਂ ਤੁਹਾਨੂੰ ਇਹ ਆਈਡੀਆ ਆਇਆ ਤੇ ਸਭ ਤੋਂ ਜ਼ਿਆਦਾ ਮੋਟਿਵ ਤੁਹਾਨੂੰ ਕਿੱਥੋਂ ਮਿਲਿਆ ਹੈ ਇਹ ਕਰਨ ਦਾ? ਹਾਂਜੀ ਦੇਖੋ, ਇਹ ਜਰਨੀ ਤੇ ਮੇਰੀ ਸ਼ੁਰੂ ਹੋਈ ਸੀ ਜਦੋਂ ਮੈਂ ਗ੍ਰੇਡ 7 'ਚ ਸੀਗਾ। ਆਊਟਡੋਰ ਤੇ ਨੇਚਰ 'ਚ ਮੇਰਾ ਕਨੈਕਸ਼ਨ ਗ੍ਰੇਡ 7 'ਚ ਹੋ ਗਿਆ ਸੀ, ਜਦੋਂ ਮੇਰੇ ਫਾਦਰ ਜਿਹੜੇ ਹੈ ਉਹ ਮਿਲਟਰੀ 'ਚ ਸੀ। ਉਹਨਾਂ ਦਾ ਟ੍ਰਾਂਸਫਰ ਨਾਰਥ ਈਸਟ ਇੰਡੀਆ 'ਚ ਹੋਇਆ ਸੀ ਤੇ ਉਹਨਾਂ ਨੇ ਉਹ ਤਾਂ ਰਹਿੰਦੇ ਸੀ ਬਾਰਡਰ 'ਤੇ, ਪਰ ਸਾਨੂੰ ਸਕੂਲ ਜਾਣਾ ਪੈਂਦਾ ਸੀ ਉੱਥੇ ਤੁਰ ਕੇ ਜੰਗਲਾਂ ਵਿੱਚੋਂ। ਤਾਂ ਉਹ ਕਨੈਕਸ਼ਨ ਉਸ ਟਾਈਮ ਦਾ ਹੋ ਗਿਆ ਸੀ। ਫਿਰ ਮੈਂ ਜਦੋਂ ਆਪਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਸਟਰਸ ਕੰਪਲੀਟ ਕੀਤੀ ਤੇ ਅਨੰਦਪੁਰ ਸਾਹਿਬ 'ਚ ਮੇਰੀ ਜੌਬ ਲੱਗ ਗਈ। ਉੱਥੇ ਸ਼ਿਵਾਲਿਕ ਰੇਂਜਸ ਸੀਗੇ
ਤੇ ਉੱਥੇ ਬੱਚਿਆਂ ਨੂੰ ਇੰਗੇਜ ਕਰਨ ਵਾਸਤੇ ਅਸੀਂ ਹਾਈਕਿੰਗ 'ਚ ਜਾਂਦੇ ਸੀ। ਤਾਂ ਉਹ ਇੰਨਾ ਇੰਗਰੇਵ ਹੋ ਗਿਆ ਮੇਰੀ ਲਾਈਫ ਸਟਾਈਲ 'ਚ ਕਿ ਉੱਥੇ ਹਰ ਵੀਕਐਂਡ 'ਚ ਅਸੀਂ ਹਾਈਕ ਵਾਸਤੇ ਜਾਣਾ, ਕਲਾਈਮਿੰਗ ਕਰਨੀ। ਉੱਥੇ ਫਿਰ ਅਸੀਂ ਰਾਜੀਵ ਸ਼ਰਮਾ ਜਿਹੜੇ ਮਾਊਂਟੇਨ ਕਲਾਈਮਰ ਨੇ ਉਹਨਾਂ ਨਾਲ ਮਿਲੇ। ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਕਿ ਤੁਸੀਂ ਮਾਊਂਟੇਨਰਿੰਗ ਕੋਰਸਿਸ ਕਰੋ। ਤੇ ਬਸ ਉਹ ਜਦੋਂ ਮੈਂ ਮਾਊਂਟੇਨਰਿੰਗ ਕੋਰਸ ਕਿਹਾ, ਮੇਰਾ ਇੱਕ ਰਿਸ਼ਤਾ ਜਿਹਾ ਹੋ ਗਿਆ ਮਾਊਂਟੇਨ ਨਾਲ। ਫਿਰ ਸੋਚ ਲਿਆ ਸੀ ਅਸੀਂ ਕਿ ਹੁਣ ਜਿਹੜਾ ਹਾਈਐਸਟ ਮਾਊਂਟੇਨ ਹੈ ਉਹ ਕਲਾਈਮ ਕਰਨਾ ਹੈ। ਤਾਂ ਜਰਨੀ ਮੇਰੀ ਸ਼ੁਰੂ ਹੋ ਗਈ। ਮੈਂ ਸਲੋਲੀ ਪ੍ਰੋਗਰੈਸਿਵਲੀ ਛੋਟੀ ਛੋਟੀ ਪੀਕਸ ਕਰਦਾ ਰਿਹਾ ਤੇ 2010 'ਚ ਆ ਗਏ ਕੈਨੇਡਾ। ਇੱਥੇ ਆ ਕੇ ਸੋਚਿਆ ਸੀ ਕਿ ਸਕੂਲ 'ਚ ਸਟਾਰਟ ਕਰਾਂਗੇ, ਪਰ ਇੱਥੇ ਦੇ ਚੈਲੰਜਸ ਟੋਟਲੀ ਡਿਫਰੈਂਟ ਨੇ। ਬਿਲਕੁਲ। ਤੁਹਾਨੂੰ ਆ ਕੇ ਅਪਗ੍ਰੇਡ ਕਰਨਾ ਪੈਂਦਾ ਹੈ। ਤੇ ਮੈਂ ਮਤਲਬ ਟੋਟਲ ਲਾਈਫ ਸਟਾਈਲ ਚੇਂਜ ਹੋ ਗਿਆ ਮੇਰਾ। ਸਭ ਕੁਝ ਜਿਹੜਾ ਗੋਲ ਮੇਰੇ ਚੱਲ ਰਹੇ ਸੀ ਉਹ ਸਭ ਇੱਕਦਮ ਪੌਜ਼ 'ਚ ਆ ਗਏ, ਬਿਕੋਜ਼ ਨਾਓ ਆਈ ਹੈਵ ਟੂ ਅਪਗ੍ਰੇਡ। ਜਾ ਕੇ ਸਕੂਲ ਜਾਣਾ ਪਿਆ ਮੈਨੂੰ, ਯੂਨੀਵਰਸਿਟੀ ਡਿਗਰੀ ਕਰਨੀ ਪਈ। ਲੇਕਿਨ ਮੈਂ ਅੰਦਰੋਂ ਇਤਨਾ ਬੁਲੰਦ ਸੀ ਮੇਰਾ ਉਹ ਪਲਾਨ ਕਿ ਮੈਂ ਐਵਰੈਸਟ ਕਲਾਈਮ ਕਰਨਾ। ਉਹੀ ਮਕਸਦ ਲਈ ਕੈਨੇਡਾ ਮੂਵ ਕੀਤਾ ਸੀ। ਤੇ ਮੈਂ ਐਲਪਾਈਨ ਕਲੱਬ ਕੈਨੇਡਾ ਜੁਆਇਨ ਕੀਤਾ ਇੱਥੇ। ਤੇ ਮੈਂ ਆਈ ਕੰਟੀਨਿਊਡ ਮਾਈ ਜਰਨੀ। ਮੈਂ ਕੈਲਗਰੀ 'ਚ, BC 'ਚ, ਮੈਕਸੀਕੋ 'ਚ, ਯੂਰਪ 'ਚ ਕਲਾਈਮਿੰਗ ਕੰਟੀਨਿਊ ਕਰਦਾ ਰਿਹਾ। ਹਰ ਸਾਲ ਮੈਂ ਆਪਣੇ ਐਕਸਪੀਡੀਸ਼ਨ ਜਾਣਾ। ਐਂਡ ਫਾਈਨਲੀ ਮੈਂ 2019 'ਚ ਡਿਸਾਈਡ ਕਰ ਲਿਆ ਕਿ ਨਾਓ ਆਈ ਐਮ ਰੈਡੀ। ਮੈਂ 16 ਮਾਊਂਟੇਨ ਪੀਕਸ ਕਰ ਲਈ ਨੇ ਐਂਡ 17 ਵਿਲ ਬੀ ਮਾਊਂਟ ਐਵਰੈਸਟ। ਤਾਂ ਉਹ ਮੈਂ 2019 'ਚ ਫਤਿਹ ਕਰ ਲਈ। ਮੈਨੂੰ ਇਹ ਉਮੀਦ ਨਹੀਂ ਸੀ ਕਿ ਮੈਂ ਉਸ ਤੋਂ ਬਾਅਦ ਵੀ ਕੰਟੀਨਿਊ ਕਰਾਂਗਾ, ਬਿਕੋਜ਼ ਜਦੋਂ ਤੁਸੀਂ ਐਵਰੈਸਟ 'ਚੋਂ ਆਉਂਦੇ ਹੋ ਤੁਹਾਡੀ ਲਾਈਫ ਚੇਂਜ ਹੋ ਜਾਂਦੀ ਹੈ। ਤੁਸੀਂ ਮਤਲਬ ਵਰਲਡ ਨੂੰ ਡਿਫਰੈਂਟ ਪਰਸਪੈਕਟਿਵ ਨਾਲ ਦੇਖਦੇ ਹੋ ਕਿ ਤੁਸੀਂ ਇੰਨਾ ਮੋਮੈਂਟਮ ਗੇਨ ਕੀਤਾ, ਇੰਨਾ ਹਾਰਡ ਵਰਕ, ਇੰਨੀ ਟ੍ਰੇਨਿੰਗ ਕੀਤੀ ਤੁਸੀਂ, ਤੇ ਉਹਨੂੰ ਕਿੱਥੇ ਯੂਜ਼ ਕਰੀਏ। ਬਿਕੋਜ਼ ਤੁਸੀਂ ਘਰ 'ਚ ਤਾਂ ਨਹੀਂ ਬੈਠ ਸਕਦੇ, ਬਿਕੋਜ਼ ਯੂ ਆਲਰੇਡੀ ਹੈਵ ਦੈਟ ਐਨਰਜੀ, ਰਾਈਟ। ਤਾਂ ਮੈਂ ਡਿਸਾਈਡ ਕੀਤਾ ਕਿ ਮੈਂ ਇੱਕ ਰਨਿੰਗ ਗਰੁੱਪ ਸਟਾਰਟ ਕਰਾਂ, ਕਿਉਂਕਿ ਸਾਡੀ ਜਿਹੜੀ ਕਮਿਊਨਿਟੀ ਹੈ ਉਹ ਰਨਿੰਗ 'ਚ ਇੰਨਾ ਫੋਕਸ ਨਹੀਂ ਕਰਦੀ, ਕਿਉਂਕਿ ਉਹ ਸਾਡੇ 'ਤੇ ਮਤਲਬ ਬੱਚਿਆਂ ਦੀ ਪਰਵਰਿਸ਼ ਅਤੇ ਪੈਸਾ ਕਮਾਉਣਾ, ਨੌਕਰੀ, ਉਹੀ ਸਾਡੀ ਵਰਲਡ ਹੈ। ਅਤੇ ਇੱਥੇ ਦੀ ਲਾਈਫ ਸਟਾਈਲ ਨੂੰ ਅਡਾਪਟ ਕਰਨਾ ਅਤੇ ਉਹ ਹੈਲਦੀ ਲਾਈਫ ਸਟਾਈਲ ਹੋਣੀ ਚਾਹੀਦੀ ਹੈ। ਤਾਂ ਅਸੀਂ ਰਾਈਜ਼ਿੰਗ ਰਨਰ ਗਰੁੱਪ ਸ਼ੁਰੂ ਕੀਤਾ ਅਤੇ ਉਸ ਤੋਂ ਬਾਅਦ ਮੈਂ ਆਪਣੇ ਗੋਲਸ ਵੀ ਕੰਟੀਨਿਊ ਕਰਦਾ ਰਹਾ। ਤੋ ਆਈ ਥਿੰਕ ਇਟਸ ਮੋਰ ਇੰਪੋਰਟੈਂਟ ਕਿ ਮੈਂ ਸਲੋਲੀ ਆਪਣੇ ਗੋਲਸ ਨੂੰ ਜਿਹੜਾ ਹੈ ਚੂਜ਼ ਕਰਦਾ ਹਾਂ ਅਤੇ ਨੈਕਸਟ ਵਾਸਤੇ ਤਿਆਰੀ ਕਰਦਾ ਹਾਂ ਜੀ। ਠੀਕ ਹੈ। ਨਹੀਂ, ਬੜਾ ਤੁਹਾਡਾ ਜਿਹੜਾ ਰਾਈਜ਼ਿੰਗ ਰਨਰ ਗਰੁੱਪ ਦਾ ਇਹਨਾਂ ਨੇ ਮੈਂਸ਼ਨ ਕੀਤਾ, ਉਹ ਅੱਜ ਤੋਂ 4 ਸਾਲ ਪਹਿਲਾਂ, 3 ਸਾਲ ਪਹਿਲਾਂ ਮੈਂ ਵੀ ਜੁਆਇਨ ਕੀਤਾ ਸੀ। ਤਾਂ ਹੀ ਮੈਂ ਇਹਨਾਂ ਨੂੰ ਜਾਣਿਆ ਅਤੇ ਮੇਰੇ ਵਾਸਤੇ ਇਹ ਬਹੁਤ ਹੀ ਇੰਸਪੀਰੇਸ਼ਨਲ ਪਰਸਨੈਲਿਟੀ ਹੈਗੇ ਆ। ਅਤੇ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਹਾਂ, ਸਾਡੀ ਜਿਹੜੀ ਕਮਿਊਨਿਟੀ ਹੈਗੀ ਆ ਉਹਦੇ 'ਚ ਮੈਂ ਇਹ ਨਹੀਂ ਕਹਾਂਗੀ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਸਿਹਤ ਵੱਲ ਧਿਆਨ ਨਹੀਂ ਦਿੰਦੇ, ਪਰ ਹਾਂ ਉਹਨਾਂ ਦੀਆਂ ਪ੍ਰਿਓਰਿਟੀਜ਼ ਜਿਹੜੀਆਂ ਹੈਗੀਆਂ ਉਹ ਸਿਹਤ ਵੱਲ ਨਹੀਂ ਹੈਗੀਆਂ। ਉਹ ਇਹੀ ਆ ਕਿ ਵੱਡਾ ਘਰ ਲੈਣਾ ਹੈ, ਗੱਡੀ ਲੈਣੀ ਆ ਅਤੇ ਸੋਹਣੀ ਜੌਬ ਹੋਣੀ ਚਾਹੀਦੀ ਆ ਅਤੇ ਬੱਚਿਆਂ ਨੂੰ ਚੰਗੇ ਸਕੂਲ 'ਚ ਪਾਓ। ਪਰ ਅਸੀਂ ਹਮੇਸ਼ਾ ਭੁੱਲ ਜਾਂਦੇ ਹਾਂ ਕਿ ਅਗੇਨ ਸਾਡਾ ਸਭ ਤੋਂ ਪਿਆਰਾ ਅਤੇ ਸੱਚਾ ਅਤੇ ਅਸਲੀ ਸਾਥੀ ਸਾਡੀ ਸਿਹਤ ਹੈ। ਸੋ ਇਹ ਤੁਹਾਡਾ ਬੜਾ ਚੰਗਾ ਇਨੀਸ਼ੀਏਟਿਵ ਆ। ਅਤੇ ਅਸੀਂ ਪਾਰਕ ਵਿੱਚ ਇੰਟਰਵਿਊ ਕਰ ਰਹੇ ਹਾਂ। ਇਹ ਸੇਂਟ ਵਿਟਾਲ ਪਾਰਕ ਹੈ, ਜਿਹੜੀ ਕਿ ਸਾਊਥ ਸੇਂਟ ਵਿਟਾਲ, ਸਾਊਥ ਈਸਟ ਸਾਈਡ ਵਿਨੀਪੈਗ ਦੇ ਏਰੀਆ ਵਿੱਚ ਹੈਗੀ ਆ। ਅਤੇ ਜਿੱਦਾਂ ਕੋਚ ਨੇ ਦੱਸਿਆ ਹੈ ਕਿ ਇਹਨਾਂ ਦਾ ਰਾਈਜ਼ਿੰਗ ਰਨਰ ਗਰੁੱਪ ਹੈ ਜਿਹੜਾ, ਉਹ ਸੈਟਰਡੇ ਅਤੇ ਸੰਡੇ ਇਸੇ ਜਗ੍ਹਾ ਤੋਂ ਰਨਿੰਗ ਸ਼ੁਰੂ ਕਰਦੇ ਆ। ਅਤੇ ਇਹਨਾਂ ਦੇ ਗਰੁੱਪ ਵਿੱਚ 50 ਬੰਦੇ ਐਟਲੀਸਟ ਹੈਗੇ ਆ। ਉਹ ਅਲੱਗ-ਅਲੱਗ ਟਾਈਮ 'ਤੇ ਅਲੱਗ-ਅਲੱਗ ਗਰੁੱਪਸ ਵਿੱਚ ਅਲੱਗ-ਅਲੱਗ ਮਾਊਂਟੇਨਸ 'ਤੇ ਇਹ ਜਾਂਦੇ ਰਹਿੰਦੇ ਆ। ਜਿਵੇਂ ਇਹਨਾਂ ਨੇ ਦੱਸਿਆ ਕਿ ਐਵਰੈਸਟ ਤੋਂ ਕਲਾਈਮ ਕਰਕੇ ਘਰੇ ਨਹੀਂ ਬੈਠਣਾ ਸੀਗਾ ਅਤੇ ਉਹਨੂੰ ਕੰਟੀਨਿਊ ਕਰਨਾ ਸੀਗਾ, ਅਤੇ ਇਹਨਾਂ ਨੇ ਕੰਟੀਨਿਊ ਕੀਤਾ। ਅਤੇ ਇਹਨਾਂ ਨੇ ਬਹੁਤ ਸਾਰੇ ਹੋਰ ਇੰਡੀਵਿਜੂਅਲਸ ਨੂੰ ਆਪਣੇ ਨਾਲ ਲੈ ਕੇ ਆਪਣੀ ਮੋਟੀਵੇਸ਼ਨ ਦਿੱਤੀ, ਜਿਹਦੇ ਨਾਲ ਇਹਨਾਂ ਨੇ ਇਹ ਕੰਟੀਨਿਊ ਕੀਤਾ। ਮੇਰਾ ਅਗਲਾ ਸਵਾਲ ਤੁਹਾਡੇ ਲਈ ਇਹ ਆ ਕਿ ਤੁਸੀਂ ਹੁਣ ਤੱਕ ਜਿੰਨੀਆਂ ਵੀ ਅਚੀਵਮੈਂਟ ਸੀਗੀਆਂ ਅਦਰ ਦੈਨ ਮਾਊਂਟ ਐਵਰੈਸਟ, ਕਿੱਥੇ ਅਤੇ ਕਿਹੜੀ ਅਚੀਵਮੈਂਟ ਕੀਤੀ ਕੁਝ? ਦੇਖੋ ਜੀ, ਮੈਂ ਮਾਊਂਟ ਐਵਰੈਸਟ ਤੋਂ ਪਹਿਲਾਂ 16 ਮਾਊਂਟੇਨਸ ਜਿਹੜੇ ਕਲਾਈਮ ਕੀਤੇ ਆਲ ਓਵਰ ਦ ਵਰਲਡ। ਅਤੇ ਐਵਰੈਸਟ ਦੇ ਬਾਅਦ ਜਿਹੜਾ ਹੈ ਮੈਂ ਰਨਿੰਗ ਦੇ ਵਿੱਚ ਫੋਕਸ ਕੀਤਾ ਕਿ ਮੈਂ ਜਿੰਨੀ ਐਕਸਟ੍ਰੀਮ ਅਲਟਰਾ ਮੈਰਾਥਨਸ ਨੇ, ਐਕਸਟ੍ਰੀਮ ਅਲਟਰਾ ਮੈਰਾਥਨ ਯਾਨੀ ਕਿ ਜਿੱਦਾਂ ਕਿ ਸਹਾਰਾ ਡੈਜ਼ਰਟ ਹੋ ਗਈ, ਉੱਥੇ ਮੈਂ 250 ਕਿਲੋਮੀਟਰ ਦੀ ਰਨ ਕੀਤੀ। 5 ਦਿਨ ਦੀ ਰੇਸ ਹੈ ਇਹ, ਵਨ ਆਫ ਦਾ ਟਫੈਸਟ ਫੁੱਟ ਰੇਸ ਹੈ। ਟੈਂਪਰੇਚਰ ਜਿਹੜਾ ਉਹ 60 ਡਿਗਰੀ ਤੱਕ ਪਹੁੰਚ ਜਾਂਦਾ ਹੈ। ਅਤੇ ਉਹ ਤੋਂ ਬਾਅਦ ਮੈਂ ਜੰਗਲ ਅਲਟਰਾ ਜਿਹੜੀ ਕੀਤੀ ਐਕਸਟ੍ਰੀਮ, ਉਹ ਕਿ ਉੱਥੇ ਦੀ ਜਿਹੜੀ ਰੇਨ ਫੋਰੈਸਟ ਹੈ, ਉੱਥੇ 100% ਹਿਊਮਿਡਿਟੀ ਹੈ,
ਉਹਦੇ ਵਿੱਚ ਸਰਵਾਈਵ ਕਰਨਾ ਤੇ ਰਿਵਰ ਦੇ ਵਿੱਚ ਕ੍ਰਾਸਿੰਗ ਕਰਨਾ ਤੇ ਵਾਈਲਡ ਲਾਈਫ ਨਾਲ ਡੀਲ ਕਰਨਾ, ਮਤਲਬ ਉਹ ਐਕਸਪੀਰੀਅੰਸ ਕਰਨਾ ਇਸ ਸਮਥਿੰਗ ਡਿਫਰੈਂਟ ਯੂ ਨੋ। ਉਸ ਰੇਸ ਨੂੰ ਕੰਪਲੀਟ ਕੀਤਾ, ਉਹ ਵੀ 235 ਕਿਲੋਮੀਟਰ ਦੀ ਸੀ, 5 ਦਿਨ ਸੈਲਫ ਸਪੋਰਟਡ। ਉਹ ਤੋਂ ਬਾਅਦ ਮੈਂ ਸਾਊਥ ਪੋਲ 'ਚ ਸਕੀ ਕਰਕੇ ਆਇਆ, ਜਿੱਥੇ ਕਿ ਅਸੀਂ 10 ਦਿਨ ਜਿਹੜੇ ਹੈ ਉਹ ਐਕਸਟ੍ਰੀਮ ਕੋਲਡ ਇਨਵਾਇਰਨਮੈਂਟ 'ਚ ਐਕਸਪੋਜ਼ਡ ਰਹੇ ਤੇ ਸਕੀ ਅਸੀਂ ਰੋਜ਼ ਜਿਹੜਾ 10 ਤੋਂ 15 ਕਿਲੋਮੀਟਰ ਦੀ ਸਕੀ ਕੀਤੀ ਤੇ ਟੈਂਪਰੇਚਰ ਜਿਹੜਾ -60 ਦੇ ਆਸ-ਪਾਸ ਸੀਗਾ ਉੱਥੇ। ਤੇ ਆਈ ਥਿੰਕ ਗੋਲਸ ਨੂੰ ਕੰਟੀਨਿਊ ਜਿਹੜਾ ਮੈਂ ਉਹ ਰੱਖਿਆ ਤੇ ਹੁਣ ਮੈਂ ਮਾਊਂਟੇਨ ਅਲਟਰਾ ਦੀ ਤਿਆਰੀ ਕਰ ਰਿਹਾ, ਜੋ ਕਿ ਕਿਰਗਿਸਤਾਨ 'ਚ ਹੈ, ਜਿਹੜਾ ਕਿ 9000 ਮੀਟਰ ਦੀ ਕਲਾਈਮ ਹੈ ਤੇ 200 ਕਿਲੋਮੀਟਰ ਦੀ ਰਨ ਹੈ 5 ਦਿਨ 'ਚ। ਉਹਦੀ ਮੈਂ ਪੂਰੀ ਤਿਆਰੀ ਕਰਨਾ ਤੇ ਉਹਦੇ ਵਾਸਤੇ ਮੇਰੀ ਟ੍ਰੇਨਿੰਗ ਰਨਸ ਜਿਹੜੀਆਂ ਉਹ ਥੋੜੀ ਜਿਹੀ ਹਾਰਡ ਨੇ। ਮੈਂ ਕੱਲ ਹੀ 50 ਕਿਲੋਮੀਟਰ ਕਰਕੇ ਆਇਆ, ਸਵੇਰੇ ਹੀ ਮੈਂ ਕੀਤਾ ਹੈ 5 ਕਿਲੋਮੀਟਰ ਤੇ ਸ਼ਾਮ ਨੂੰ ਵੀ ਮੇਰਾ ਪਲਾਨ ਹੈ ਵਰਕਆਊਟ ਕਰਨ ਦਾ। ਤੇ ਉਹ ਤੋਂ ਬਾਅਦ ਨਾਰਥ ਪੋਲ ਵੀ ਜਾ ਰਹੇ ਹਾਂ ਹੁਣ ਅਗਸਤ 'ਚ, ਉੱਥੇ ਅਸੀਂ ਮੈਰਾਥਨ ਰਨ ਕਰਨੀ ਹੈ। ਤੇ ਯੂ ਨੋ ਆਈ ਥਿੰਕ ਗੋਲ ਹੋਣਾ ਚਾਹੀਦਾ ਲਾਈਫ 'ਚ, ਤੇ ਨਾਲ ਜਿਹੜੇ ਲੋਕ ਆਉਣਾ ਚਾਹੁੰਦੇ ਆ ਉਹਨਾਂ ਨੂੰ ਜ਼ਰੂਰ ਯੂ ਨੋ ਇੰਸਪਾਇਰ ਕਰਨਾ ਚਾਹੀਦਾ ਤਾਂ ਕਿ ਉਹ ਵੀ ਬੜੇ ਗੋਲ ਚੂਜ਼ ਕਰਨ। ਬਿਲਕੁਲ ਬਿਲਕੁਲ। ਤੇ ਕੁਝ ਸਭ ਤੋਂ ਜ਼ਿਆਦਾ ਤੁਹਾਨੂੰ ਜਿਹੜੀਆਂ ਮੁਸ਼ਕਲਾਂ ਆਈਆਂ ਇਹ ਜਰਨੀ ਦੇ ਦੌਰਾਨ, ਉਹ ਕੀ ਮੁਸ਼ਕਲਾਂ ਸੀ, ਮਤਲਬ ਜਿਹੜੀਆਂ ਕਿ ਤੁਸੀਂ ਈਜ਼ਲੀ ਅਕੰਪਲਿਸ਼ ਨਹੀਂ ਕਰ ਸਕੇ, ਉਹਨਾਂ ਲਈ ਤੁਹਾਨੂੰ ਜੂਝਣਾ ਪਿਆ? ਉਹਨਾਂ 'ਚ ਪਰਿਵਾਰਕ ਮੁਸ਼ਕਲਾਂ ਜਾਂ ਫਾਈਨੈਂਸ਼ੀਅਲ ਮੁਸ਼ਕਲਾਂ ਜਾਂ ਸਰੀਰਕ ਮੁਸ਼ਕਲਾਂ ਜਾਂ ਮੈਂਟਲ ਮੁਸ਼ਕਲਾਂ ਕੀ ਸੀ ਕਿ ਜਿਹੜੀਆਂ ਉਹ ਐਕਸਟ੍ਰੀਮ ਸੀ ਤੇ ਤੁਸੀਂ ਉਹਨਾਂ ਨੂੰ ਕਿਵੇਂ ਓਵਰਕਮ ਕੀਤਾ? ਦੇਖੋ ਜੀ, ਮੈਂ ਮੁਸ਼ਕਿਲ ਵਰਡ ਨੂੰ ਥੋੜ੍ਹਾ ਜਿਹਾ ਡਿਫਰੈਂਟਲੀ ਐਕਸੈਪਟ ਕਰਦਾ ਹਾਂ। ਮੇਰੇ ਲਈ ਮੁਸ਼ਕਿਲ ਵਰਡ ਮੀਨਸ ਅ ਚੈਲੰਜ, ਤੇ ਉਹ ਮਾਈਂਡ ਸੈਟ ਹੋਣਾ ਚਾਹੀਦਾ। ਕੋਈ ਵੀ ਚੀਜ਼ ਮੁਸ਼ਕਿਲ ਨਹੀਂ ਹੈ, ਇਟਸ ਐਨ ਓਪਰਚੁਨਿਟੀ ਯੂ ਨੋ। ਕਿਉਂਕਿ ਸਾਰਿਆਂ ਨੂੰ ਇਹ ਤਿੰਨ ਚੀਜ਼ਾਂ ਟਾਈਮ, ਐਨਰਜੀ ਐਂਡ ਮਨੀ ਜਿਹੜੇ ਆ ਉਹ ਬਿਗੇਸਟ ਹਰਡਲ ਆਫ ਲਾਈਫ ਜਿਹੜੇ ਕਿ ਸਾਨੂੰ ਰੋਕ ਲੈਂਦੇ ਹੈ। ਟਾਈਮ ਨਹੀਂ ਹੈ ਜੀ, ਇਹ ਸਾਡੀ ਕੰਪਲੇਂਟ ਰਹਿੰਦੀ ਹੈ ਹਮੇਸ਼ਾ। ਟਾਈਮ ਕੱਢੋ, ਬਿਕੋਜ਼ 24 ਘੰਟੇ ਸਵੇਰੇ 4 ਵਜੇ ਉੱਠਦਾ ਮੈਂ, ਠੀਕ ਹੈ। ਮੇਰਾ ਜਿੰਨਾ ਵੀ ਕੰਮ ਹੈ ਮੈਂ ਪਹਿਲੇ 2 ਘੰਟੇ 'ਚ ਮੁਕਾ ਲੈਂਦਾ। ਮੇਰੇ ਵਰਕਆਊਟ 'ਚ ਕੋਈ ਇੰਟਰਫੇਰੈਂਸ ਨਹੀਂ ਹੈ, ਮੇਰੀ ਫੈਮਿਲੀ ਲਾਈਫ 'ਚ ਕੋਈ ਇੰਟਰਫੇਰੈਂਸ ਨਹੀਂ, ਬਿਕੋਜ਼ ਆਈ ਗਿਵ ਦੈਮ ਟਾਈਮ। ਉਹਨਾਂ ਵਾਸਤੇ ਅੱਧਾ ਘੰਟਾ ਮੈਂ ਰੱਖਿਆ ਇਹ ਦਿਨ 'ਚ ਕਿ ਉਹ ਉਹਨਾਂ ਦਾ ਟਾਈਮ ਹੈ। ਤੇ ਉਹ ਤੋਂ ਬਾਅਦ ਮੇਰਾ ਵਰਕ ਸਟਾਈਲ ਵੀ ਇਹੋ ਜਿਹਾ ਹੈ ਕਿ ਮੈਂ ਗੱਡੀ ਵੀ ਜਿਹੜੀ ਹੈ ਉਹ 1 ਕਿਲੋਮੀਟਰ ਪਿੱਛੇ ਪਾਰਕ ਕਰਦਾ ਤਾਂ ਕਿ ਮੈਂ ਆਪਣੀ ਫਿਟਨੈਸ ਨੂੰ ਮੇਨਟੇਨ ਕਰ ਸਕਾਂ। ਤੇ ਉਹ ਮੈਨੂੰ ਹੈਲਪ ਕਰਦਾ ਸੇਵਿੰਗ ਕਰਨ 'ਚ ਵੀ, ਠੀਕ ਹੈ। ਤੇ ਮੇਰੀ ਜਿਹੜੀ ਫਾਈਨੈਂਸ਼ੀਅਲ ਹੈਲਥ ਹੈ ਉਹ ਵੀ, ਮਤਲਬ ਮੈਂ ਬਿਲਕੁਲ ਸੋਸ਼ਲੀ ਆਪਣੇ ਆਪ ਨੂੰ ਉਹਨਾਂ ਲੋਕਾਂ ਨਾਲ ਹੀ ਕਨੈਕਟ ਕੀਤਾ ਜਿਹੜੇ ਮੇਰੇ ਗੋਲ ਨਾਲ ਮੈਨੂੰ ਹੈਲਪ ਕਰਦੇ ਹੈ, ਜਿਹੜੇ ਮੇਰੇ ਨਾਲ ਰਨ ਕਰਦੇ ਆ। ਸੋਸ਼ਲਾਈਜ਼ ਮੈਂ ਉਦੋਂ ਹੀ ਕਰਾਂਗਾ ਜਿਹੜੇ ਮੇਰੇ ਗੋਲ ਨਾਲ ਅਲਾਈਨ, ਸਾਰੇ ਬਿਹੇਵੀਅਰਸ ਮੇਰੇ ਜਿਹੜੇ ਮੇਰੇ ਗੋਲ ਨਾਲ ਅਲਾਈਨ ਹੋ ਕੇ ਹੀ ਮੈਂ ਉਹ ਸਰਕਲ ਕੋਲੈਬੋਰੇਟ ਕਰਕੇ ਬਣਾਇਆ ਹੈ। ਉਹ ਤੋਂ ਬਾਅਦ ਐਨਰਜੀ, ਮੈਂ ਫालतू ਚੀਜ਼ਾਂ 'ਚ ਐਨਰਜੀ ਬਿਲਕੁਲ ਵੀ ਵੇਸਟ ਨਹੀਂ ਕਰਦਾ। ਮੈਂ ਆਪਣੀ ਐਨਰਜੀ ਇੰਨੀ ਕੰਜ਼ਰਵ ਕੀਤੀ ਹੋਈ ਕਿ ਮੈਂ ਸਿਰਫ ਜਿਹੜਾ ਆਪਣਾ 100% ਦੇਣਾ ਆਪਣੇ ਗੋਲ ਵਾਸਤੇ ਦੇਣਾ, ਠੀਕ ਹੈ। ਤੇ ਆਈ ਥਿੰਕ ਟਾਈਮ, ਐਨਰਜੀ ਐਂਡ ਮਨੀ ਸਭ ਤੋਂ ਬੜੇ ਫੈਕਟਰਸ ਨੇ। ਤੇ ਸਭ ਤੋਂ ਉੱਪਰ ਹੈ ਮਾਈਂਡ ਸੈਟ, ਕਿ ਤੁਸੀਂ ਜੇ ਇੱਕ ਵਾਰੀ ਠਾਣ ਲਿਆ, ਐਂਡ ਆਈ ਬਿਲੀਵ ਕਿ ਮੈਂ ਜਿਸ ਚੀਜ਼ ਨੂੰ ਠਾਣ ਲੈਂਦਾ ਉਹ ਟਾਰਗੇਟ ਲੌਕ ਹੋ ਜਾਂਦਾ ਮੇਰਾ। ਉਹਨੂੰ ਮੈਂ ਕਰਨਾ ਹੀ ਕਰਨਾ ਹੈ, ਚਾਹੇ ਯੂ ਨੋ ਜੋ ਮਰਜ਼ੀ ਹੋ ਜਾਏ, ਚਾਹੇ ਜਿਸ ਮਰਜ਼ੀ ਕਾਸਟ 'ਚ ਜਿੰਨਾ ਮਰਜ਼ੀ ਟਾਈਮ ਲੱਗੇ। ਹੁਣ ਮਾਊਂਟੇਨ ਅਲਟਰਾ ਜਿਹੜੀ ਮੈਂ ਜਾ ਰਿਹਾ, ਦਿਸ ਇਜ਼ ਵਨ ਆਫ ਦ ਟਫੈਸਟ ਰੇਸ ਐਂਡ ਓਨਲੀ 23 ਮੈਂਬਰਸ ਆਰ ਗੋਇੰਗ ਇੰਟਰਨੈਸ਼ਨਲ, ਜਿਹੜੇ ਕਿ ਅਲਟਰਾ ਐਕਸਟ੍ਰੀਮ ਰਨਰਸ ਨੇ। ਤੇ ਮੇਰੇ ਲਈ ਸਭ ਤੋਂ ਬੜਾ ਚੈਲੰਜ ਹੈ ਕਿ ਮੈਂ ਆਪਣੇ ਆਪ ਨੂੰ ਉਹਨਾਂ ਮਾਊਂਟੇਨਸ ਦੇ ਸਾਹਮਣੇ ਕਿਸ ਤਰ੍ਹਾਂ ਨਾਲ, ਮਤਲਬ ਕਿ ਉਸ ਰੇਸ ਨੂੰ ਜਿਹੜਾ ਮੈਂ ਫਿਨਿਸ਼ ਕਰਕੇ ਆਵਾਂ ਤੇ ਸਕਸੈਸਫੁਲੀ ਆਈ ਕੈਨ ਫੀਲ ਪ੍ਰਾਊਡ। ਥੈਂਕ ਯੂ। ਤੁਸੀਂ ਹੁਣ ਇਹਦਾ ਜਵਾਬ ਦੇ ਦਿੱਤਾ। ਮੇਰਾ ਕੁਐਸਚਨ ਅਗਲਾ ਹੀ ਸੀਗਾ ਕਿ ਮੈਂ ਵੀ ਟਫ, ਤੇ ਜਿਵੇਂ ਤੁਸੀਂ ਦੱਸਿਆ ਕਿ ਮੁਸ਼ਕਿਲ ਵਰਡ ਤੁਹਾਡੇ ਵਾਸਤੇ ਡਿਫਰੈਂਟ ਹੈ, ਪਰ ਮੈਂ ਪੁੱਛਣਾ ਚਾਹੂੰਗੀ ਕਿ ਤੁਸੀਂ ਕਿਹਾ ਕਿ ਤੁਸੀਂ ਆਪਣੀ ਐਨਰਜੀ ਬਹੁਤ ਕੰਜ਼ਰਵ ਕਰਦੇ ਹੋ। ਕਿਸ ਤਰ੍ਹਾਂ ਤੁਸੀਂ ਕੰਜ਼ਰਵ ਕਰਦੇ ਹੋ? ਮਤਲਬ ਤੁਸੀਂ ਕਿਹੜੇ ਈਵੈਂਟਸ ਪਾਰਟਿਸਿਪੇਟ ਨਹੀਂ ਕਰਦੇ ਜਿਹਦੇ 'ਚ ਤੁਹਾਨੂੰ ਲੱਗਦਾ ਸਾਡੀ ਕਮਿਊਨਿਟੀ ਜ਼ਿਆਦਾ ਕਰਦੀ ਹੈ? ਤੇ ਚਲੋ ਕਈਆਂ ਦੇ ਸ਼ੌਂਕ ਹੁੰਦੇ ਆ, ਪਰ ਕਈ ਵਾਰੀ ਅਸੀਂ ਐਕਸਟਰਾ ਹੀ ਟਾਈਮ ਉੱਧਰ ਦੇ ਦਿੰਦੇ ਹਾਂ। ਤੇ ਕਿਸ ਤਰ੍ਹਾਂ ਅਸੀਂ ਆਪਣੀ ਐਨਰਜੀ ਕੰਜ਼ਰਵ ਕਰ ਸਕਦੇ ਹਾਂ ਤੇ ਇੰਸਟੈਡ ਆਫ ਵੇਸਟਿੰਗ ਇਟ ਅਸੀਂ ਯੂਜ਼ ਕਰ ਸਕਦੇ ਹਾਂ ਰਨਿੰਗ ਵਾਸਤੇ, ਜਾਂ ਕਿਵੇਂ? ਆਈ ਥਿੰਕ ਇਹਦੇ ਵਿੱਚ ਸਭ ਤੋਂ ਬੜਾ ਜਿਹੜਾ ਹੱਥ ਹੈ ਉਹ ਸਪਿਰਿਚੁਅਲਿਟੀ ਦਾ ਹੈ, ਮੈਡੀਟੇਸ਼ਨ ਦਾ ਹੈ। ਮੈਡੀਟੇਸ਼ਨ ਨਾਲ ਮੈਨੂੰ ਆਪਣਾ ਫੋਕਸ ਜਿਹੜਾ ਹੈ ਉਹ ਆਪਣੇ ਗੋਲ ਵੱਲ ਰੱਖਣ ਦਾ ਹੁੰਦਾ ਕਿ ਕਿਹੜੀ ਚੀਜ਼ਾਂ ਮੈਨੂੰ ਆਪਣੇ ਗੋਲ ਨਾਲ ਅਲਾਈਨ ਹੋਏਗੀ। ਮੈਂ ਸਿਰਫ ਉਹੀ ਚੀਜ਼ਾਂ 'ਚ ਮਤਲਬ ਆਪਣਾ ਟਾਈਮ ਦੇਵਾਂਗਾ, ਬਾਕੀ ਸਭ ਚੀਜ਼ਾਂ ਡਿਸਕਨੈਕਟ ਹੈ ਮੇਰੇ ਲਈ। ਫਰਾਈਡੇ ਪਾਰਟੀਜ਼, ਮੂਵੀਜ਼, ਯੂ ਨੋ ਕਿਸੇ ਦੇ ਨਾਲ ਜਾਣਾ ਮਿਲਣਾ, ਉਹ ਸਭ ਆਊਟ ਹੈ ਮੇਰਾ। आई एम टोटली, जब तक मैं अपने गोल्स अचीव नहीं कर लेता मेरे लिए वो इम्पोर्टेंट नहीं है। जिसने मिलना होगा मेरे साथ आके मिलेगा, यू नो दे हैव टू रन विद मी
to learn what I do. This is me and I will not change my lifestyle ਜਦੋਂ ਤੱਕ ਮੈਂ ਆਪਣੇ ਗੋਲਸ ਨਹੀਂ ਅਚੀਵ ਕਰ ਲੈਂਦਾ, ਕਿਉਂਕਿ ਮੈਂ ਇੱਕ ਮਿਸ਼ਨ ਤੇ ਨਿਕਲਿਆ ਹੋਇਆ ਔਰ ਮੇਰਾ ਮਿਸ਼ਨ ਹੈ ਕਿ ਮੈਂ ਗ੍ਰੈਂਡ ਸਲੈਮਸ ਨੂੰ ਜਿਹੜੇ ਕਿ 7 ਸਮਿਟ 7 ਕੰਟੀਨੈਂਟ ਕਰਾਂ ਔਰ ਜਿਹੜੀ ਐਕਸਟ੍ਰੀਮ ਮੈਰਾਥਨਸ ਨੇ ਵਰਲਡ ਦੀਆਂ ਉਹ ਕਰਾਂ ਤੇ 2 ਗ੍ਰੈਂਡ ਸਲੈਮ ਜਿਹੜੇ ਆ ਉਹ ਮੈਂ ਅਚੀਵ ਕਰਾਂ। ਤੇ ਆਈ ਥਿੰਕ ਕਿੰਨੇ ਲੋਕੀ ਚੂਜ਼ ਕਰਦੇ ਆ it takes lot of guts to do that ਔਰ ਮੈਂ like almost 60% ਆਪਣੇ goals achieve ਕਰ ਚੁੱਕਿਆ ਤੇ it's only 40% more. I know it's hard, it's tough, every day I'm tired, I'm exhausted, but I said my definition is different, right? I'm one step closer to my goal. ਤੇ I think ਇसीलिए ਜ਼ਰੂਰੀ ਹੈ ਕਿ ਤੁਸੀਂ ਆਪਣੀ એનર્ਜੀ ਸਿਰਫ ਉਹਨਾਂ ਕੰਮਾਂ ਵਾਸਤੇ ਲਾਓ। ਬਾਕੀ ਅਸੀਂ ਸਾਰਾ ਦਿਖਾਵਾ ਕਰਦੇ ਹਾਂ ਕਿ ਉਹਨੂੰ ਇੰਪ੍ਰੈਸ ਕਰ ਦਈਏ, ਉਹਨੂੰ ਇੰਪ੍ਰੈਸ ਕਰ ਦਈਏ, ਉਹ ਸਭ ਚੀਜ਼ਾਂ not important in life, ਤੁਸੀਂ ਇਹੋ ਜਿਹਾ ਕੰਮ ਕਰੋ ਕਿ ਤੁਹਾਡੇ ਕੋਲ ਲੋਕੀ ਖੁਦ ਆਣ। I think that is more important rather than impressing and obliging people that please attention seeking behavior ਹੁੰਦੇ ਲੋਕਾਂ ਦੇ। ਕਿਉਂ ਕਰਨਾ ਉਹ ਸਭ ਕੁਝ ਐਸਾ ਕਰੋ ਜਿਹੜਾ ਕਿ ਆਪਣੇ 'ਚ ਹੀ ਇਨਵੈਸਟ ਕਰੋ ਤਾਂ ਕਿ ਤੁਸੀਂ ਖੁਦ ਹੀ ਇੱਦਾਂ ਦੇ ਸੋਰਸ ਬਣ ਜਾਓ ਕਿ ਲੋਕੀ ਤੁਹਾਨੂੰ ਪੁੱਛਣ ਕਿ what you are doing, how you do it. And so I think ਉਹ ਥੋੜ੍ਹਾ ਜਿਹਾ ਸੈਲਫ ਰਿਫਲੈਕਸ਼ਨ ਮੈਡੀਟੇਸ਼ਨ ਕਰਕੇ ਆਇਆ ਕਿ ਆਪਣੇ ਆਪ ਨੂੰ ਹੀ ਇੰਪਰੂਵ ਕਰੋ, ਆਪਣੇ ਆਪ 'ਚ ਟਾਈਮ ਦਿਓ ਤਾਂ ਕਿ ਤੁਸੀਂ ਕੁਝ ਹੋਰ ਵੀ ਸ਼ੇਅਰ ਕਰ ਸਕੋ ਲੋਕਾਂ ਨਾਲ। ਥੈਂਕ ਯੂ। ਤੇ ਤੁਹਾਡੀ ਸਭ ਤੋਂ ਜ਼ਿਆਦਾ ਤੁਹਾਨੂੰ ਮੋਟੀਵੇਸ਼ਨ ਕਿੱਥੋਂ ਮਿਲਦੀ ਹੈ ਕੋਚ? ਦੇਖੋ ਮੇਰੇ ਹਾਂਜੀ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕੁਦਰਤ ਦੇ ਨਾਲ ਤੁਹਾਡਾ ਜਿਹੜਾ ਕਨੈਕਸ਼ਨ ਸੀ ਉਹ ਗ੍ਰੇਡ 7 ਤੋਂ ਬਣ ਗਿਆ, ਤੇ ਮੈਂ ਵੀ ਬਹੁਤ ਕੁਦਰਤ ਨੂੰ ਪਸੰਦ ਕਰਦੀ ਹਾਂ। ਮੇਰੇ ਵਾਸਤੇ ਪਰਮਾਤਮਾ ਕੁਦਰਤ ਦੇ ਜ਼ਰੇ ਜ਼ਰੇ ਵਿੱਚ ਵਸਦਾ ਹੈ ਨਾ। ਪਰ ਤੁਹਾਡੀ ਮੋਟੀਵੇਸ਼ਨ ਜਿਹੜੀ ਹੈਗੀ ਆ ਉਹ ਸਭ ਤੋਂ ਜ਼ਿਆਦਾ ਮੋਟੀਵੇਟ ਤੁਸੀਂ ਕਿਵੇਂ ਕਰਦੇ ਹੋ ਆਪਣੇ ਆਪ ਨੂੰ? ਅਸੀਂ ਵੀ ਰਨ ਕਰਦੇ ਹਾਂ, ਅਸੀਂ ਥੱਕ ਜਾਂਦੇ ਹਾਂ, ਅਸੀਂ ਕਹਿੰਦੇ ਹਾਂ ਹਾਏ ਅਸੀਂ ਹੁਣ ਰੈਸਟ ਕਰਨੀ ਆ, ਹੁਣ ਅਸੀਂ ਇਹ ਨਹੀਂ ਕਰਨਾ, ਹੁਣ ਕੱਲ੍ਹ ਨੂੰ ਨਹੀਂ ਅਸੀਂ ਰਨ ਕਰਨਾ। ਪਰ ਤੁਹਾਡੇ ਜਿਵੇਂ ਤੁਸੀਂ ਦੱਸਿਆ ਰੋਜ਼ ਸਵੇਰੇ 4 ਵਜੇ ਉੱਠਣਾ, ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਆਪਣਾ ਸੈੱਟ ਕਰਕੇ ਪੈਂਦੇ ਹੋ ਕਿ ਆਹ ਮੇਰਾ ਗੋਲ ਹੈ। ਕਿੱਥੋਂ ਤੁਹਾਨੂੰ ਮੋਟੀਵੇਸ਼ਨ ਮਿਲਦੀ ਆ? ਭੱਜਦੇ ਥੱਕ ਜਾਂਦੇ ਹੋ, ਕੀ ਦਿਮਾਗ 'ਚ ਲੈ ਕੇ ਆਉਂਦੇ ਹੋ ਕਿ ਨਹੀਂ ਅੱਗੇ ਚੱਲਣਾ ਹੈ, ਅਜੇ ਚੱਲਣਾ ਹੈ? ਆਈ ਥਿੰਕ ਮੇਰੀ ਜਿਹੜੀ ਫੈਮਿਲੀ ਵੈਲਿਊਜ਼ ਨੇ, ਫਾਦਰ ਮੇਰੇ ਬਾਰਡਰ ਸਿਕਿਉਰਿਟੀ ਫੋਰਸਿਸ ਸੀਗੇ, ਉਹਨਾਂ ਨੇ ਹਮੇਸ਼ਾ ਹੀ ਮੈਨੂੰ ਇੰਸਪਾਇਰ ਕੀਤਾ ਕਿ ਲਾਈਫ 'ਚ ਪਰਪਸ ਹੋਣਾ ਚਾਹੀਦਾ ਹੈ, ਜੇ ਪਰਪਸ ਨਹੀਂ ਹੈ ਤਾਂ ਲਾਈਫ ਬੇਕਾਰ ਹੈ। ਅਤੇ ਉਹ ਚੀਜ਼ ਆਈ ਥਿੰਕ ਉਸ ਟਾਈਮ ਸਮਝ ਨਹੀਂ ਆਈ ਸੀ, ਲੇਕਿਨ ਜਦੋਂ ਅਸੀਂ ਵੱਡੇ ਹੋਏ ਅਤੇ ਉਹ ਕਨੈਕਸ਼ਨ ਹੋ ਗਿਆ ਕਿ ਜ਼ਰੂਰ ਮਤਲਬ ਲਾਈਫ ਦਾ ਇੰਪੋਰਟੈਂਟ ਲੈਸਨ ਇਹੀ ਹੈ ਕਿ ਤੁਸੀਂ ਕੁਝ ਲਾਈਫ 'ਚ ਕਰੋਗੇ ਤਾਂ ਹੀ ਤੁਹਾਨੂੰ ਰਿਕਗਨੀਸ਼ਨ ਮਿਲਣੀ ਹੈ। ਅਤੇ ਇਸ ਕਰਕੇ ਮੈਂ ਹੁਣ ਜਦੋਂ ਮੈਡੀਟੇਸ਼ਨ ਕਰਦਾ ਸੀ, ਹੁਣ ਆਪਣੇ ਆਪ ਨੂੰ ਰਿਅਲਾਈਜ਼ ਕੀਤਾ ਕਿ ਹੂ ਆਈ ਐਮ, ਮੇਰਾ ਕਿਆ ਪਰਪਸ ਹੈ ਇੱਥੇ। ਅਤੇ ਮੈਨੂੰ ਜਿਹੜੇ ਆਨਸਰਸ ਮਿਲਦੇ ਉਹ ਹੀ ਹੈ ਕਿ ਤੁਹਾਨੂੰ ਜਿਹੜਾ ਹੈ ਆਪਣੇ ਆਪ ਨੂੰ ਜਿਹੜਾ ਹੈ ਕਮਿਊਨਿਟੀ ਵਾਸਤੇ ਮਤਲਬ ਆਪਣੇ ਆਪ ਨੂੰ ਉਹ ਕਰਨਾ ਹੈ, ਜਿਹੜਾ ਅਵੇਲੇਬਲ ਕਰਨਾ ਹੈ, ਅਵੇਲੇਬਲ ਕਰਨਾ ਹੈ, ਲੋਕੀ ਤੁਹਾਡੇ ਤੋਂ ਕੁਝ ਸਿੱਖ ਸਕੇ। ਅਤੇ ਜੇ ਕੁਝ ਸਿਖਾਓਗੇ ਉਦੋਂ ਹੀ ਜਦੋਂ ਤੁਸੀਂ ਕੁਝ ਬਣ ਸਕਦੇ ਹੋ। ਤਾਂ ਮੇਰੇ 'ਚ ਇਹੋ ਜਿਹੀ ਕਿਆ ਕਾਬਲੀਅਤ ਹੈ ਜਿਹੜੀ ਮਤਲਬ ਜੀ ਕਿ ਮੈਂ ਗਿਵ ਬੈਕ ਕਰ ਸਕਦਾ ਕਮਿਊਨਿਟੀ ਨੂੰ। ਆਈ ਥਿੰਕ ਉਸ ਵਾਸਤੇ ਮੈਨੂੰ ਉਹ ਮੋਟੀਵੇਸ਼ਨ ਹੈ ਕਿ ਮੈਂ ਅਗਰ ਤੁਸੀਂ ਕਰੋਗੇ ਤੇ ਤੁਹਾਨੂੰ ਦੇਖ ਕੇ ਸਾਡੀ ਕਮਿਊਨਿਟੀ ਵੀ ਕਰੇਗੀ, ਕੋਈ ਜਾਣਾ ਅੱਗੇ ਆਏਗਾ ਐਜ਼ ਅ ਰੋਲ ਮॉडल कि यस कोई है जड़ा जो खड़ा है, मतलब रोज़ वीकेंड्स पे आके मतलब जो अपना टाइम देने को तैयार है। इट इज़ अवेलेबल, जिसने लेना है वो ले ले। ठीक है, ਠੀਕ ਹੈ। ਤੇ ਤੁਹਾਨੂੰ ਸੁਸਾਇਟੀ ਤੇ ਫੈਮਿਲੀ ਵੱਲੋਂ ਤੁਹਾਡਾ ਸਾਥ ਕਿਵੇਂ ਰਿਹਾ? ਕਿ ਜਿੱਦਾਂ ਹੁਣ ਬੀਇੰਗ ਇਨ ਦਾ ਫੈਮਿਲੀ, ਚਲੋ ਮੈਂ ਮੰਨਦੀ ਹਾਂ ਕਿ ਇਹ ਸਾਰਾ ਕੁਝ ਕਰਨਾ ਫੈਮਿਲੀ ਦੇ ਵਿੱਚ ਔਖਾ ਆ, ਸੋ ਤੁਹਾਡਾ ਸੁਸਾਇਟੀ ਨੇ ਤੇ ਫੈਮਿਲੀ ਨੇ ਕਿਵੇਂ ਸਾਥ ਦਿੱਤਾ ਇਹ ਸਾਰੀਆਂ ਤੁਹਾਡੀਆਂ ਜਰਨੀਜ਼ ਦੇ ਵਿੱਚ ਪੂਰਾ ਕਰਨ ਦੇ ਵਿੱਚ? ਉਹਨਾਂ ਨੂੰ ਕੋਈ ਔਖਿਆਈ ਨਹੀਂ ਆਈ ਪਿੱਛੋਂ? ਉਹਨਾਂ ਨੇ ਕਦੀ ਕਿਹਾ ਨਹੀਂ ਕਿ ਨਹੀਂ ਤੁਸੀਂ ਨਹੀਂ ਕਰਨਾ, ਜਾਂ ਡਰ ਲੱਗਦਾ ਹੈ, ਮਨ 'ਚ ਡਰ ਹੁੰਦਾ ਕਿ ਹਾਏ ਉੱਥੇ ਜਾਣਾ ਹੈ, ਅਗਰ ਕੁਝ ਹੋ ਗਿਆ ਨੈਗੇਟਿਵਿਟੀ ਜਿਹੜੀ ਥਾਟਸ ਆ ਜਾਂਦੀਆਂ, ਤੁਸੀਂ ਉਹਨਾਂ ਨੂੰ ਓਵਰਕਮ ਕਿੱਦਾਂ ਕੀਤਾ ਤੇ ਤੁਹਾਡੀ ਫੈਮਿਲੀ ਨੇ ਕਿੱਦਾਂ ਉਹਦੇ 'ਚ ਸਪੋਰਟ ਕੀਤਾ? ਹਾਂਜੀ ਦੇਖੋ ਹੁਣ ਮੈਨੂੰ ਮੇਰੀ ਸ਼ਾਦੀ ਨੂੰ ਆਲਮੋਸਟ 22 ਸਾਲ ਹੋ ਗਏ ਹੈ ਅਤੇ ਆਈ ਥਿੰਕ ਆਈ ਕਨਵਿੰਸਡ ਫਰੋਮ ਡੇ 1 ਕਿ ਇਹ ਮੇਰਾ ਲਾਈਫ ਸਟਾਈਲ ਇਹੀ ਹੈ। ਠੀਕ ਹੈ, ਅਤੇ ਆਈ ਥਿੰਕ ਯੂ ਸਲੋਲੀ ਬਿਲਡ ਔਨ ਦੈਟ ਟਰਸਟ ਕਿ ਵਾਟ ਆਈ ਡੂ ਇਜ਼ ਸੇਫ ਐਂਡ ਆਈ ਟ੍ਰੇਨ ਫॉर ਇਟ। ਇੱਦਾਂ ਨਹੀਂ ਹੈ ਕਿ ਮਤਲਬ ਮੈਂ ਉੱਠ ਕੇ ਚਲਾ ਗਿਆ ਕਿਸੇ ਵਾਸਤੇ। ਮੇਰੀ ਜਿਹੜਾ ਰੂਟੀਨ ਹੈ, ਡਿਸਿਪਲਿਨ ਹੈ ਮੇਰਾ, ਉਹ ਦੇਖ ਕੇ ਮਤਲਬ ਟਰਸਟ ਬਿਲਡਅਪ ਹੋ ਗਿਆ ਫੈਮਿਲੀ 'ਚ ਕਿ ਇਹ ਕਰ ਸਕਦਾ ਹੈ, ਬਿਕੋਜ਼ ਹੀ ਵਰਕਸ ਹਾਰਡ। ਆਈ ਥਿੰਕ ਉਹ ਸਭ ਤੋਂ ਪਹਿਲਾਂ ਇੰਪੋਰਟੈਂਟ ਹੈ ਕਿ ਤੁਸੀਂ ਉਹਨਾਂ ਦਾ ਟਰਸਟ ਜੀਤੋ, ਤਾਂ ਉਹਨਾਂ ਨੂੰ ਹੋਏਗਾ ਕਿ ਹਾਂ ਇਹ ਮਤਲਬ
ਜ਼ਰੂਰ ਮਤਲਬ ਹੀ ਇਜ਼ ਟਰਾਈਂਗ ਹਿਜ਼ ਬੈਸਟ ਟੂ ਡੂ ਦੈਟ, ਇੱਦਾਂ ਨਹੀਂ ਹੈ ਕਿ ਹੀ ਇਜ਼ ਜਸਟ ਗੋਇੰਗ ਦੇਅਰ। तो आई थिंक फैमिली ਦੀ ਸਪੋਰਟ ਬਹੁਤ ज़्यादा रही है मैनू उस चीज़ से कि जाओ डू योर लिव योर लाइफ, बिकॉज दिस इज़ वन लाइफ, तो अपनी ड्रीम लाइफ बनाने वास्ते यू हैव टू वर्क हार्ड। वो तो बाद साढ़े जोड़े फ्रेंड्स ने जी कम्यूनिटी है उन्होंने बड़ी सपोर्ट की थी। आई एम वेरी थैंकफुल कि जो राइजिंग रनर ग्रुप है वो तुसी भी पार्ट हो तुसी भी सपोर्ट किया है मैनू। तो आई थिंक आई एम रियली प्राउड कि तुसी सारे ने इन्ना मान सम्मान ते प्यार दिता है मैनू कि वो चीज़ां मैनू मतलब अपने गोल से फोकस रख दी है कि इट हैज़ सम वैल्यू, इट्स यू आर नॉट वेस्टिंग टाइम। लोकी रिस्पेक्ट करते हैं एंड टू अर्न रिस्पेक्ट यू हैव टू गिव रिस्पेक्ट। आई थिंक इट्स माई वे ऑफ गिविंग बैक कि असी कम्यूनिटी नू आके इत्थे ट्रेल क्लीनअप करिए, इत्थे प्लांटेशन करिए, इत्थे गरीबां नू खाना देइए, तो फंड रेजिंग करिए। उत्थे आई थिंक एज ए कम्यूनिटी नाउ वी आर डूइंग इट। तुसीं सारिਆਂ ने एनर्जी वो कैच कर ली है कि असी विजिबल होइए, इत्थे दे लोकां नू दसीए कि साडा जिहड़ा कम्यूनिटी है वो केयर भी करदी है, ਮਦਰ ਨੇਚਰ ਦੀ ਕੇਅਰ ਕਰਦੀ ਹੈ। ਜਿੱਦਾਂ ਤੁਸੀਂ ਦੱਸਿਆ ਖਾਣਾ ਵੀ ਦਈਏ, ਸਾਡੇ ਤੁਹਾਨੂੰ ਪਤਾ ਹੈ ਕਿ ਆਪਾਂ ਇਸ ਚੀਜ਼ 'ਚ ਕਦੀ ਪਿੱਛੇ ਨਹੀਂ ਹਟਦੇ, ਕਦੀ ਲੰਗਰ ਹੋਵੇ, ਕਦੀ ਫੂਡ ਹੋਵੇ, ਕਦੀ ਇਸ ਤਰ੍ਹਾਂ ਦੀਆਂ ਚੀਜ਼ਾਂ 'ਚ ਅਸੀਂ ਹਮੇਸ਼ਾ ਨੋਨ ਹੈਗੇ ਆ, ਸਾਡੀ ਕਮਿਊਨਿਟੀ ਜਿਹੜੀ ਹੈਗੀ ਆ। ਪਰ ਹਾਂ ਜਿੰਨੀ ਦੇਰ ਮੈਨੂੰ ਇੱਥੇ ਰਹਿੰਦੀ ਨੂੰ ਹੋ ਗਈ ਆ, ਸ਼ਾਇਦ ਮੈਂ ਪਹਿਲੇ ਗਰੁੱਪ ਨੂੰ ਇਹੋ ਜਿਹੇ ਨੂੰ ਮਿਲੀ ਸੀ ਜਿੱਥੇ ਟ੍ਰੇਲ ਕਲੀਨਅਪ ਅਸੀਂ ਕਰਦੇ ਹਾਂ ਕਿ ਇਹ ਸਾਡੀ ਪਾਂਬਿਨਾ ਤੋਂ ਲੈ ਕੇ ਲਾਜਮੋਰੇ ਤੱਕ ਟ੍ਰੇਲ ਹੈਗੀ ਆ, ਵਾਕਿੰਗ ਟ੍ਰੇਲ, ਜਿਹੜੀ ਕਿ ਦਲੀਪ 2 ਵਾਰ ਕਰਾਉਂਦੇ ਆ ਸਾਲ ਦੇ ਵਿੱਚ। ਅਸੀਂ ਉਹਦੇ ਵਿੱਚ ਬੱਚਿਆਂ ਨੂੰ ਲੈ ਕੇ ਆਉਂਦੇ ਆ ਅਤੇ ਅਰਥ ਡੇ 'ਤੇ ਸਾਡੀ ਸ਼ੁਰੂਆਤ ਹੁੰਦੀ ਆ ਉਸ ਟ੍ਰੇਲ ਕਲੀਨਅਪ ਦੀ। ਅਤੇ ਉਹਦਾ ਬਹੁਤ ਵੱਡਾ ਕਾਰਨ ਇਹ ਹੈ ਕਿ ਇੱਕ ਤਾਂ ਤੁਹਾਨੂੰ ਧਰਤੀ ਮਾਂ ਜਿਹੜੀ ਅਸੀਂ ਕਹਿੰਦੇ ਹਾਂ ਹਮੇਸ਼ਾ ਕਿ ਧਰਤੀ ਸਾਡੀ ਮਾਂ ਹੈ, ਮਦਰ ਨੇਚਰ, ਉਹਦੇ ਨਾਲ ਤੁਸੀਂ ਕਨੈਕਟ ਕਰਦੇ ਹੋ। ਅਤੇ ਇੱਕ ਤੁਸੀਂ ਕਮਿਊਨਿਟੀ ਨੂੰ ਗਿਵ ਬੈਕ ਕਰਦੇ ਹੋ, ਤੁਸੀਂ ਸਾਫ਼ ਰੱਖਦੇ ਹੋ ਆਪਣੇ ਆਲੇ ਦੁਆਲੇ ਨੂੰ, ਕਿਉਂਕਿ ਅਗਰ ਅਸੀਂ ਇਸ ਦੇਸ਼ ਵਿੱਚ ਆਏ ਹਾਂ ਅਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਜਿਹੜਾ ਇੱਥੇ ਦਾ ਮਾਹੌਲ ਸੀ ਪਹਿਲਾਂ, ਅਸੀਂ ਉਸੇ ਮਾਹੌਲ ਨੂੰ ਮੇਨਟੇਨ ਕਰ ਸਕੀਏ, ਅਸੀਂ ਸਾਫ਼ ਸੁਥਰਾ ਰੱਖੀਏ। ਅਤੇ ਸਭ ਤੋਂ ਵੱਡੀ ਗੱਲ ਕਿ ਜਿਹੜੇ ਬੱਚੇ ਹੈ, ਅਗਰ ਉਹ ਛੋਟੀ ਏਜ, ਜਿੱਦਾਂ ਦਲੀਪ ਨੇ ਦੱਸਿਆ ਕਿ 7ਵੀਂ ਕਲਾਸ ਤੋਂ ਉਹਨਾਂ ਦਾ ਜਿਹੜਾ ਕਨੈਕਸ਼ਨ ਸੀ ਮਦਰ ਨੇਚਰ ਨਾਲ ਬਣਿਆ, ਕਿਉਂਕਿ ਜਿੰਨੇ ਛੋਟੇ ਉਹ ਹੋਣਗੇ ਉਨੀ ਛੇਤੀ ਉਹਨਾਂ ਦਾ ਪਿਆਰ ਇਹਨਾਂ ਚੀਜ਼ਾਂ ਨਾਲ, ਉਹਨਾਂ ਦਾ ਇੰਟਰਸਟ ਬਣ ਜਾਂਦਾ। ਅਤੇ ਜਿੰਨਾ ਕਿ ਮੈਨੂੰ ਪਤਾ ਹੈ ਕਿ ਅਗਰ ਛੋਟੇ ਹੁੰਦਿਆਂ ਬੱਚੇ ਜੋ ਕੁਛ ਕਰ ਲੈਂਦੇ ਆ ਉਹ ਉਹਨਾਂ ਨੂੰ ਸਾਰੀ ਜ਼ਿੰਦਗੀ ਭੁੱਲਦਾ ਨਹੀਂ, ਅਤੇ ਅਗਰ ਉਹ ਉਸ ਚੀਜ਼ 'ਚੋਂ ਦੂਰ ਵੀ ਚਲੇ ਜਾਣ ਉਹ ਵਾਪਸ ਦੁਬਾਰਾ ਉਸ ਚੀਜ਼ ਨੂੰ ਐਕਸੈਪਟ ਕਰਦੇ ਆ। ਅਤੇ ਸੋ ਟ੍ਰੇਲ ਕਲੀਨਅਪ ਅਤੇ ਟਰੀ ਪਲਾਂਟੇਸ਼ਨ ਅਸੀਂ ਬਹੁਤ ਦਰਖਤ ਵੀ ਲਾਉਂਦੇ ਹਾਂ ਸਿਟੀ ਆਫ ਵਿਨੀਪੈਗ ਦੇ ਨਾਲ ਕੋਆਰਡੀਨੇਟ ਕਰਕੇ। ਰਾਈਜ਼ਿੰਗ ਰਨਰ ਗਰੁੱਪ ਰਜਿਸਟਰਡ ਹੈਗਾ ਆ ਅਤੇ ਅਸੀਂ ਇਹ ਵੀ ਕਰਦੇ ਹਾਂ। ਸੋ ਬਹੁਤ ਹੀ ਡਿਫਰੈਂਟ ਤਰੀਕੇ ਨਾਲ ਤੁਸੀਂ ਕਮਿਊਨਿਟੀ ਨੂੰ ਗਿਵ ਬੈਕ ਕਰ ਰਹੇ ਹੋ। ਆਈ ਲਵ ਇਟ, ਆਈ ਐਡਮਾਇਰ ਇਟ, ਐਂਡ ਇਹੀ ਇੱਕ ਬਹੁਤ ਵੱਡਾ ਮੇਰਾ ਕਾਰਨ ਸੀ ਕਿ ਮੈਂ ਤੁਹਾਡੇ ਵਰਗੀ ਸ਼ਖਸੀਅਤ ਨੂੰ ਇਸ ਪ੍ਰੋਗਰਾਮ, ਇਸ TV ਦੇ ਵਿੱਚ ਲੈ ਕੇ ਆ ਸਕਾਂ ਕਿ ਅਸੀਂ ਆਪਣੇ ਕਮਿਊਨਿਟੀ ਨੂੰ ਦੱਸ ਸਕੀਏ ਕਿ ਸਾਡੇ ਕੋਲ ਇਹੋ ਜਿਹੀ ਸ਼ਖਸੀਅਤ ਵੀ ਹੈਗੀ ਹੈ ਜਿਹੜੀ ਕਿ ਡਿਫਰੈਂਟ ਤਰੀਕੇ ਦੇ ਨਾਲ ਸਾਡੀ ਕਮਿਊਨਿਟੀ ਨੂੰ ਮੋਟੀਵੇਟ ਕਰਦੀ ਪਈ ਆ, ਕਿੱਦਾਂ ਆਪਾਂ ਹੈਲਥ ਨੂੰ ਅੱਗੇ ਰੱਖਣਾ ਆ, ਕਿੱਦਾਂ ਐਕਸਰਸਾਈਜ਼ ਕਰਨੀ ਆ, ਕਿਹੜੀਆਂ ਚੀਜ਼ਾਂ ਖਾਣੀਆਂ ਹੈ, ਕਿਹੜੀਆਂ ਨਹੀਂ ਖਾਣੀਆਂ। ਜਿਵੇਂ ਉਹਨਾਂ ਨੇ ਦੱਸਿਆ ਮੈਡੀਟੇਸ਼ਨ ਇੱਕ ਬਹੁਤ ਇੰਪੋਰਟੈਂਟ ਹਿੱਸਾ ਆ ਸਾਡੀ ਲਾਈਫ ਦਾ, ਉਹਦੇ ਨਾਲ ਹੀ ਅਸੀਂ ਆਪਣੇ ਆਪ ਨੂੰ ਜਾਣਨਾ ਆ ਅਤੇ ਅੱਗੇ ਵਧਣਾ ਆ। ਸੋ ਮੇਰਾ ਅਗਲਾ ਸਵਾਲ ਤੁਹਾਡੇ ਲਈ ਇਹ ਹੈ ਕਿ ਅਗਰ ਤੁਹਾਡੇ ਵਰਗੀਆਂ ਮੱਲਾਂ ਮਾਰਨੀਆਂ ਹੋਣ ਕਿਸੇ ਨੇ ਕਿ ਹਾਂਜੀ ਸਾਡਾ TV ਪ੍ਰੋਗਰਾਮ ਚੱਲ ਰਿਹਾ, ਅਗਰ ਕਿਸੇ ਦਾ ਇੰਟਰਸਟ ਬਣੇ ਅਤੇ ਉਹਨੂੰ ਕਿੱਥੋਂ ਸ਼ੁਰੂਆਤ ਕਰਨੀ ਚਾਹੀਦੀ ਹੈ? ਚਲੋ ਐਸ ਤੁਸੀਂ ਦੱਸਿਆ ਕਿ ਛੋਟੇ ਸਟੈਪ ਲੈ ਕੇ, ਪਰ ਫਿਰ ਵੀ ਕਿੱਥੋਂ ਸ਼ੁਰੂਆਤ ਕਰਕੇ, ਜੇ ਆਪਾਂ ਵਿਨੀਪੈਗ ਸ਼ਹਿਰ ਤੋਂ ਹੀ ਲੈ ਕੇ ਚੱਲੀਏ ਕਿ ਕਿੱਦਾਂ ਸ਼ੁਰੂ ਕਰਨ, ਕੀ ਕਰਨ ਅਤੇ ਕਿੱਦਾਂ ਆਪਣੇ ਗੋਲ ਨੂੰ ਅਚੀਵ ਕਰਨ? देखो सब तो पहला तो तुसी क्लैरिटी करनी कि तुसी करना क्या चाहते हो अपनी लाइफ 'ਚ, ठीक है? तुसी जिथे जिस मर्जी लैवल 'ਚ हो, जिस मर्जी एज 'ਚ हो, देयर इज़ नो राइट टाइम। तुसी कदों भी शुरू कर सकते हो, कोई भी गोल चूज़ कर सकते हो, लेकिन ਉਹਦੇ ਵਾਸਤੇ ਤੁਹਾਨੂੰ 2 ਚੀਜ਼ਾਂ ਮੈਂ ਕਹਾਂਗਾ ਕਿ ਮੋਸਟ ਇੰਪੋਰਟੈਂਟ ਥਿੰਗ ਇਜ਼ ਸੈਲਫ ਡਿਸਪਲਿਨ ਐਂਡ ਕਮਿਟਮੈਂਟ। ਜੇ ਤੁਹਾਡੇ ਵਿੱਚ ਉਹ ਦੋਵਾਂ ਚੀਜ਼ਾਂ ਆ ਗਈ ਨਾ ਕਿ ਤੁਸੀਂ, ਕਿਉਂਕਿ ਤੁਹਾਡਾ ਗੋਲ ਹੈ, ਤੁਹਾਨੂੰ ਕੋਈ ਨਹੀਂ ਕਹੇਗਾ ਸਵੇਰੇ 4 ਵਜੇ ਉੱਠ ਕੇ ਤੁਸੀਂ ਕਰੋ, ਤੁਸੀਂ क्या कर रहे हो, पीपल विल अप्रीशिएट यू जब रिजल्ट्स आएंगे, ठीक है? लेकिन तुसी किन्नी तैयारी करते हो उस वास्ते,
ਉਹ ਤੁਹਾਡਾ ਆਪਣਾ ਸੈਲਫ ਡਿਸਪਲਿਨ ਹੈ, ਕਿਉਂਕਿ ਉਹਦੇ ਵਿੱਚ ਤੁਸੀਂ ਚੈੱਕ ਰੱਖ ਸਕਦੇ ਹੋ। ਆਈ ਥਿੰਕ ਗੋਲ ਛੋਟੇ ਚੂਜ਼ ਕਰੋ ਤੇ ਪ੍ਰੋਗਰੈਸਿਵ ਹੋਣੇ ਚਾਹੀਦੇ, ਠੀਕ ਹੈ, ਕਿ ਅੱਜ ਮੈਂ 1 ਕਿਲੋਮੀਟਰ ਕੀਤਾ ਤੇ ਮੈਂ ਕੱਲ 2 ਕਰਨੇ, ਠੀਕ ਹੈ, ਮਤਲਬ ਆਪਣੀ ਅਕੰਪਲਿਸ਼ਮੈਂਟ ਵਾਸਤੇ ਆਪਣੇ ਆਪ ਨੂੰ ਚੈਲੰਜ ਕਰਦੇ ਰਹੋ ਤੇ ਪ੍ਰੋਗਰੈਸਿਵ ਬਣਾਓ ਤੇ ਸ਼ਾਰਟ ਟਰਮ ਤੇ ਲੌਂਗ ਟਰਮ ਤੁਹਾਨੂੰ ਵਿਜ਼ਨਰੀ ਹੋਣਾ ਚਾਹੀਦਾ ਕਿ ਮੇਰੀ ਜਿਹੜੀ ਅੱਗੇ ਦੀ ਅੱਜ ਤੋਂ 5 ਸਾਲ ਬਾਅਦ ਮੈਂ ਕਿੱਥੇ ਦੇਖਦਾ ਆਪਣੇ ਆਪ ਨੂੰ। ਕਿ ਕੋਈ ਵੀ ਗੋਲ ਇੱਦਾਂ ਨਹੀਂ ਅਸੀਂ ਜਿੱਦਾਂ ਜਿਮ ਮੈਂਬਰਸ਼ਿਪ ਲੈ ਲਈ 2 ਹਫ਼ਤੇ ਗਏ ਖਤਮ, ਸਾਡਾ ਕੋਈ ਗੋਲ ਹੀ ਨਹੀਂ, ਅਸੀਂ ਕਾਹਦੇ ਵਾਸਤੇ ਜਾ ਰਹੇ ਹਾਂ, ਠੀਕ ਹੈ। ਯੂ ਨੀਡ ਟੂ ਹੈਵ ਦੈਟ ਕਲੈਰਿਟੀ ਇਨ ਯੂਰ ਮਾਈਂਡ ਕਿ ਮੈਂ ਕਿਸ ਵਾਸਤੇ ਕਰ ਰਿਹਾ, ਮੇਰਾ ਅੱਗੇ ਹੁਣ ਮੈਂ ਜਦੋਂ ਕਰਦਾ ਤੇ ਮੈਂ ਜਿੱਦਾਂ ਮਾਊਂਟਨ ਅਲਟਰਾ ਲਈ 10 ਰੇਸਾਂ ਵਿੱਚ ਰੱਖੀਆਂ ਜਿਹੜੇ ਕਿ ਮੈਨੂੰ ਇਹਨਾਂ ਵਾਸਤੇ ਮੈਂ ਕੰਟੀਨਿਊਸਲੀ ਤਿਆਰੀ ਕਰਦਾ ਰਹਾਂਗਾ ਤੇ ਮੇਰੀ ਟ੍ਰੇਨਿੰਗ ਹੁੰਦੀ ਰਹੇਗੀ। ਉਹਦੇ ਵਿੱਚ ਮੈਂ ਇੰਨੀ ਵੈਰਾਈਟੀ ਰੱਖੀ ਹੈ ਵਰਕਆਊਟ ਦੀ ਤੇ ਮਤਲਬ ਆਈ ਐਮ ਟੋਟਲੀ ਇਨਗ੍ਰੇਵਡ ਇਨਟੂ ਕਿ ਮੈਂ ਕਿਆ ਕਰ ਰਿਹਾ ਹਾਂ ਤੇ ਉਹਦੇ ਵਾਸਤੇ ਫੋਕਸ ਸੈਲਫ ਡਿਸਪਲਿਨ ਤੇ ਲੌਂਗ ਟਰਮ ਗੋਲਸ ਤੇ ਸ਼ਾਰਟ ਟਰਮ ਗੋਲਸ। ਜਿੱਦਾਂ ਤੁਹਾਡਾ ਲੌਂਗ ਟਰਮ ਗੋਲ ਮਾਊਂਟੇਨ ਜਿਹੜੀ ਤੁਸੀਂ ਕਰਨੀ ਹੈ ਤੇ ਸ਼ਾਰਟ ਟਰਮ ਜਿਹੜੀਆਂ ਤੁਸੀਂ ਵਿੱਚ ਰੇਸਿਸ ਰੱਖੀਆਂ ਕਿ ਉਹ ਤੁਹਾਡੀਆਂ ਸ਼ਾਰਟ ਟਰਮਸ ਗੋਲ ਹੋ ਗਏ, ਉਹਨਾਂ ਨੂੰ ਤੁਸੀਂ ਅਚੀਵ ਕਰੀ ਜਾਓਗੇ ਤੇ ਉਹ ਤੁਹਾਡਾ ਲੌਂਗ ਟਰਮ ਵਾਸਤੇ ਗੋਲ ਅਚੀਵ ਕਰਨ ਵਿੱਚ ਹੈਲਪ ਕਰਨਗੇ। ਬਿਲਕੁਲ ਬਿਲਕੁਲ ਠੀਕ ਹੈ। ਇਸੇ ਤਰ੍ਹਾਂ ਦੇਖੋ ਤੁਸੀਂ ਜਿੱਦਾਂ ਸਾਨੂੰ ਦਲੀਪ ਜੀ ਨੇ ਦੱਸਿਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਗੋਲ ਬਹੁਤ ਜ਼ਰੂਰੀ ਆ। ਛੋਟੇ ਤੋਂ ਛੋਟਾ ਗੋਲ, ਚਾਹੇ ਇਹ ਪ੍ਰੋਗਰਾਮ ਮੇਰੀਆਂ ਬਜ਼ੁਰਗ ਮਾਵਾਂ, ਬਜ਼ੁਰਗ ਭੈਣਾਂ, ਛੋਟੇ ਭਰਾ, ਛੋਟੇ ਵੀਰ, ਛੋਟੇ ਬੱਚੇ ਦੇਖ ਰਹੇ ਆ, ਸਾਡੀ ਜ਼ਿੰਦਗੀ ਦੇ ਵਿੱਚ ਗੋਲ ਬਣਾਉਣਾ ਬਹੁਤ ਜ਼ਰੂਰੀ ਹੈ। ਛੋਟੇ ਤੋਂ ਛੋਟਾ ਗੋਲ ਤੇ ਵੱਡੇ ਤੋਂ ਵੱਡਾ ਗੋਲ ਤੇ ਉਹਨਾਂ ਨੂੰ ਅਚੀਵ ਕਰਨਾ ਸਾਡਾ ਸਾਰਾ ਮਾਈਂਡ ਸੈਟ ਆ। ਜਿੱਦਾਂ ਕੋਚ ਨੇ ਦੱਸਿਆ ਕਿ ਜੇ ਦਿਮਾਗ 'ਚ ਆ ਗਈ ਤੇ ਫਿਰ ਕਰਨਾ ਹੀ ਕਰਨਾ ਹੈ। ਤੇ ਜਦੋਂ ਮੈਂ ਇਸ ਚੀਜ਼ 'ਤੇ ਵਿਸ਼ਵਾਸ ਕਰਦੀ ਹਾਂ ਕਿ ਜਦੋਂ ਤੁਸੀਂ ਆਪਣਾ ਗੋਲ ਬਣਾ ਲੈਂਦੇ ਹੋ ਤੇ ਦੁਨੀਆ ਦੀਆਂ ਸਾਰੀਆਂ ਤਾਕਤਾਂ ਤੁਹਾਡੇ ਨਾਲ ਆ ਕੇ ਖੜੀਆਂ ਹੋ ਜਾਂਦੀਆਂ ਤੁਹਾਡਾ ਉਹ ਗੋਲ ਅਚੀਵ ਕਰਨ ਵਿੱਚ। ਮੈਂ ਇਸ ਚੀਜ਼ 'ਚ ਵਿਸ਼ਵਾਸ ਕਰਦੀ ਹਾਂ। ਕੋਚ ਤੁਸੀਂ ਕੁਝ ਕਹਿਣਾ ਚਾਹੋਗੇ ਇਹਦੇ ਵਿੱਚ? ਬਿਲਕੁਲ ਸਟਰੋਂਗਲੀ ਬਿਲੀਵ ਕਰਦਾ, ਤੁਹਾਨੂੰ ਨੇਚਰ ਦੀਆਂ ਫੋਰਸਸ ਪੂਰੀ ਸਪੋਰਟ ਕਰਦੀਆਂ ਜੇ ਤੁਸੀਂ ਕਨੈਕਟ ਹੋ। ਮੈਂ ਆਪਣੇ ਲੰਚ ਟਾਈਮ 'ਚ 1 ਘੰਟਾ ਨੇਚਰ ਨਾਲ ਗੱਲ ਕਰਦਾ, ਮਤਲਬ ਮੇਰੀ ਉਹ ਵਾਕ ਨੇਚਰ ਵਾਕ ਹੈ ਤੇ ਮੈਂ ਜਿਹੜੇ ਮਤਲਬ ਪੇੜ ਪੌਦੇ ਜਿਹਨਾਂ ਨਾਲ ਮੈਂ ਹੁਣ ਇੰਨੇ ਰੂਟੀਨ ਹੋ ਗਈ ਹੈ ਮੇਰੀ ਕਿ ਆਈ ਸੇ ਹੈਲੋ ਟੂ ਦੈਮ, ਆਈ ਟਾਕ ਟੂ ਦੈਮ ਐਂਡ ਦੇ ਰਿਸਪੌਂਡ। ਲਾਈਕ ਮੈਂ ਮਹਿਸੂਸ ਕਰਦਾ ਕਿ ਉਹ ਐਨਰਜੀ ਮੈਨੂੰ ਜਿਹੜੀ ਹੈ ਵਾਪਸ ਆ ਰਹੀ ਹੈ ਤੇ ਮੈਂ ਜਿੱਦਾਂ ਹੁਣ ਮੇਰੇ ਕੋਈ ਦਿਮਾਗ 'ਚ ਕੋਈ ਗੋਲ ਹੈ ਤੇ ਮੈਂ ਮੈਡੀਟੇਸ਼ਨ 'ਚ ਉਸ ਚੀਜ਼ ਨੂੰ ਡਿਸਕਸ ਕਰਦਾ ਕਿ ਮੇਰੇ ਵਾਸਤੇ ਹੁਣ ਮੈਂ ਸਟਕ ਹੋ ਗਿਆ ਉੱਥੇ, ਕਿਆ ਕਲੈਰਿਟੀ ਚਾਹੀਦੀ ਹੈ ਤੇ ਮੈਨੂੰ ਆਨਸਰ ਮਿਲ ਜਾਂਦਾ ਉੱਥੇ ਕਿ ਇੱਕ ਤਾਂ ਪਹਿਲੇ ਡਿਟੈਚ ਕਰੋ ਆਪਣੇ ਆਪ ਨੂੰ। ਵਰਲਡ ਦੀਆਂ ਚੀਜ਼ਾਂ 'ਚ ਅਟੈਚਮੈਂਟ ਰਹਿਣੀ ਹੈ ਸਾਨੂੰ, ਠੀਕ ਹੈ, ਉਹ ਤੋਂ ਕਿੱਦਾਂ ਨਿਊਟਰਲ ਹੋ ਕੇ ਤੁਸੀਂ ਜਿਹੜੇ ਆਪਣੇ ਗੋਲਸ ਨੂੰ ਕਲੀਅਰ ਕਰ ਸਕਦੇ ਹੋ। ਤੇ ਨਾਲੇ ਨੇਚਰ ਨੂੰ ਆਪਣੇ ਨਾਲ ਇਨਵੋਲਵ ਕਰੋ, ਜਿੱਥੇ ਵੀ ਜਾਓ ਨੇਚਰ ਦੀ ਰਿਸਪੈਕਟ ਕਰੋ ਕਿ ਮੈਂ ਤੁਹਾਡੀ ਸ਼ਰਨ 'ਚ ਆ ਗਿਆ। ਜਿੱਦਾਂ ਹੁਣ ਐਵਰੈਸਟ ਗਿਆ, ਮੈਂ ਪੋਇਮ ਲਿਖੀ ਉੱਥੇ ਕਿ ਬੀਇੰਗ ਡਸਟ, ਮੈਂ ਕਿਹਾ ਮੈਂ ਹਿਮਾਲਿਆ ਨੂੰ ਕਿਹਾ ਕਿ ਮਤਲਬ ਮੈਂ ਤੁਹਾਡੇ ਸਾਹਮਣੇ ਜਿਹੜੀ ਮਤਲਬ ਸਰੈਂਡਰ ਕੀਤਾ ਆਪਣੇ ਆਪ ਨੂੰ, ਹੁਣ ਤੁਹਾਡੀ ਮਰਜ਼ੀ ਹੈ ਜਿੱਥੇ ਤੁਸੀਂ ਮੈਨੂੰ ਲੈ ਕੇ ਜਾਣਾ, ਜਾਂ ਤਾਂ ਤੁਸੀਂ ਮੈਨੂੰ ਕਲਾਈਮ ਕਰਨ ਦਿਓ ਜਾਂ ਤੁਸੀਂ ਮੈਨੂੰ ਜੋ ਵੀ ਹੈ ਮੇਰਾ ਹਸਰ ਹੋਏਗਾ, ਮੈਨੂੰ ਮਨਜ਼ੂਰ ਹੈ, ਲੇਕਿਨ ਵਿਦ ਫੁੱਲ ਰਿਸਪੈਕਟ ਮੈਂ ਤੁਹਾਡੇ ਸਾਹਮਣੇ ਆ ਗਿਆ, ਪੂਰੀ ਤਿਆਰੀ ਕਰਕੇ ਆਇਆ। ਆਪਣੇ ਆਪ ਨੂੰ ਸਮਰਪਿਤ ਕਰਨਾ, ਉੱਥੇ ਸਮਰਪਿਤ ਕਰਨਾ ਨੇਚਰ ਨੂੰ। ਤੇ ਆਈ ਥਿੰਕ ਵੈਰੀ ਸਟਰੋਂਗਲੀ ਆਈ ਬਿਲੀਵ ਕਿ ਨੇਚਰ ਬਹੁਤ ਬੜਾ ਸਪੋਰਟ ਕਰਦਾ। ਹੁਣ ਤੁਸੀਂ ਨਾਰਥ ਪੋਲ ਦੀ ਲੈ ਲਓ, ਤੁਸੀਂ ਨਾਰਥ ਪੋਲ ਵਾਸਤੇ ਹੁਣ ਪਿਛਲੇ 2-3 ਸਾਲਾਂ ਤੋਂ ਡਿਲੇ ਹੁੰਦਾ ਜਾ ਰਿਹਾ ਬਿਕੋਜ਼ ਯੂਕਰੇਨ, ਰਸ਼ੀਆ, ਕੋਵਿਡ ਸਾਰਿਆਂ ਕਰਕੇ ਉਹ ਹੁੰਦੇ ਗਏ। ਮੈਂ ਬੜੀ ਸਟਰੋਂਗਲੀ ਮੈਡੀਟੇਸ਼ਨ ਕੀਤੀ ਕਿ ਮੈਂ ਕਿਹਾ ਕਿ ਮੈਨੂੰ ਇਹ ਗੋਲ ਕਰਨਾ ਹੈ। ਹੁਣ ਤੁਸੀਂ ਜਿੱਦਾਂ ਵੀ ਹੈ ਇਸ ਗੋਲ ਨੂੰ ਮਤਲਬ ਅਚੀਵ ਕਰਨਾ। ਦੇਖੋ ਕਿੱਥੋਂ ਮਤਲਬ ਆਈਸ ਬ੍ਰੇਕਰ ਦੀ ਆਈਡੀਆ ਆਇਆ। ਉਹਨਾਂ ਨੇ ਸਾਰੇ ਰਸਤੇ ਬੰਦ ਸੀਗੇ, ਉਹਨਾਂ ਨੇ ਕਿਹਾ ਕਿ ਯੂਰੋਪੀਅਨ ਆਈਸ ਬ੍ਰੇਕਰ ਨਾਲ ਅਸੀਂ ਡੀਲ ਬ੍ਰੇਕ ਕਰ ਲਈਏ ਤੇ ਉਹ ਜਾਏਗਾ ਹੁਣ। ਤੇ ਸਿਰਫ 12 ਲੋਕੀ ਜਾ ਰਹੇ ਨੇ ਅਸੀਂ ਵਰਲਡ ਤੋਂ, ਤੇ 2 ਕੈਨੇਡੀਅਨ ਹੈ ਤੇ ਉਹਦੇ ਵਿੱਚ ਮੇਰਾ ਨਾਮ ਆ ਗਿਆ। ਤੇ ਆਈ ਐਮ ਲੱਕੀ ਕਿ ਮਤਲਬ ਨੇਚਰ ਨੇ ਮੈਨੂੰ ਪੂਰਾ ਸਪੋਰਟ ਕੀਤਾ ਨਾ। ਥੈਂਕ ਯੂ। ਮਤਲਬ ਦੇਖੋ ਕਿਸ ਤਰ੍ਹਾਂ ਨਾਲ ਸਾਰੀ ਚੀਜ਼ਾਂ ਮਿਲ ਕੇ ਜਿਹੜੀ ਹੈ ਉਹ ਹੋਈ ਐਂਡ ਫਾਈਨਲੀ ਆਈ ਵਿਲ ਬੀ देयर ਵੈਰੀ ਨਾਈਸ। ਬੜੀਆਂ ਬਹੁਤ ਸੋਹਣੀਆਂ ਗੱਲਾਂ ਤੇ ਮੇਰਾ ਦਿਲ ਨਹੀਂ ਕਰਦਾ ਪਿਆ ਕਿ ਮੈਂ ਇਹ ਪ੍ਰੋਗਰਾਮ ਨੂੰ ਖ਼ਤਮ ਕਰਾਂ ਤੇ ਤੁਹਾਡੀਆਂ ਨਾ ਗੱਲਾਂ ਅੱਗੇ ਸੁਣਾ ਜਾਂ ਨਾ ਕੁਐਸਚਨ ਪੁੱਛਾਂ, ਪਰ ਤੁਹਾਡਾ ਸੁਨੇਹਾ ਆਪਣੇ ਵਿਨੀਪੈਗ ਦੀ ਕਮਿਊਨਿਟੀ ਲਈ, ਕੈਨੇਡਾ ਦੀ ਕਮਿਊਨਿਟੀ ਲਈ, ਆਪਣੀ ਇੰਡੋ ਕੈਨੇਡੀਅਨ ਕਮਿਊਨਿਟੀ ਵਾਸਤੇ ਕੋਈ ਸੁਨੇਹਾ ਦਿਓ ਜਿਹਦੇ ਨਾਲ ਆਪਾਂ ਸਾਰਿਆਂ ਨੂੰ ਇਨਸਪਾਇਰ ਕਰ ਸਕੀਏ ਕਿ ਅਗਰ ਉਹ
ਤੁਹਾਡੇ ਪਾਥ ਤੇ ਚੱਲਣਾ ਚਾਹਣ ਤੇ ਕੀ ਤੁਸੀਂ ਕਹਿਣਾ ਚਾਹੋਗੇ ਉਹਨਾਂ ਨੂੰ? देखो जी, मैं एक दो मैसेज देने हैं स्पैशली यूथ वास्ते कि कंफर्ट जोन तो बाहर निकलो। अजकल असी टैक्नोलॉजी ते इन्ना घुस चुके हैं, टीवी फोन ये नहीं है रियल वर्ल्ड। साडा रियल वर्ल्ड जिहड़ा है असी बिलोंग करते हैं नेचर नू, ठीक है। कम आउट, अपने आप नू चैलेंज करो, ठीक है। चूज़ गोल्स, यू नो, जिहड़े कि कोई भी हो, चाहे किसी भी स्पोर्ट्स च हो, लेकिन फिजिकल एक्टिविटी इज़ सच ए इंपॉर्टेंट पार्ट जिहड़ा कि तुहाडा मैंटल हैल्थ लई इंपॉर्टेंट ने। तो वही मेरा मैसेज जो एडल्ट तो यूथ लिए, जे तुसी कैनेडा च रहना तो इत्थे दी लाइफ स्टाइल, इत्थे दे नेचर नू तुहानू अडैप्ट करने वास्ते, क्योंकि 12 महीने 8 महीने तो ठंड रहिंदी इत्थे। तुसी घर च स्टक रहना है पूरी लाइफ लॉन्ग, या कोई इहो जी मतलब एक्टिविटी करनी जिथे तुसी अपनी मैंटल हैल्थ ते बैलेंस कर सको उस चीज़ नू, ताकि वो फैमिली च भी इफेक्ट उहदा पॉजिटिव रहे, ठीक है। तो कम्यूनिटी भी च भी उहदा इफेक्ट पॉजिटिव रहे। जिद्दां कि हुण मैं पिछले 2-3 सालों तो डिसाइड किया कि मैं विंटर च घर बैठना ही नहीं है बिल्कुल भी। आई विल बी आउट रनिंग नो मैटर वॉट टेम्परेचर इट इज़। मेरी सारी ट्रेनिंग जो मैं वर्ड्स ने वही चूज़ करदा कि मैं आज ज़्यादा करना है, वो मेरे लिए अपॉर्चुनिटी है। तो वाई कांट वी ऑल थिंक कि इत्थे असी आए हैं, इन्ने फॉर्चुनेट है कि इत्थे सारी चीज़ां सुविधा ने, स्पेस ने, अपॉर्चुनिटीज़ ने, असी वो लूज़ कर रहे हैं। सब कुछ टेबल ते रखे हुए तुहाडे सामने, यू नो, देयर इज़ रिसोर्सिस अवेलेबल, यूज़ करो। कम आउट, यू नो, कम आउट ऑफ योर कंफर्ट जोन। तो यूथ आज सीखेगा तो कल नू उन्होंने फ्यूचर वास्ते, यू नो, इट्स सच ए सस्टेनेबल थिंग। तो स्टीवर्डशिप रहेगी उन्होंने वास्ते कि असी कुछ किता है तो असी पार्ट ऑफ द कम्यूनिटी है। ਤੇ ਕੁਝ ਅਗਰ ਤੁਹਾਨੂੰ ਕਿਸੇ ਨੇ ਕੰਟੈਕਟ ਕਰਨਾ ਹੋਵੇ ਫੇਸਬੁੱਕ ਦੇ ਥਰੂ ਜਾਂ ਮੀਡੀਆ ਦੇ ਥਰੂ, ਤੇ ਤੁਸੀਂ ਡੂ ਯੂ ਫੀਲ ਫ੍ਰੀ ਕਿ ਆਪਣੀ ਸ਼ੇਅਰ ਕਰ ਸਕਦੇ ਹੋ ਤੁਹਾਡਾ ਫੇਸਬੁੱਕ ਆਈਡੀ ਇੱਥੇ, ਕਿ ਅਗਰ ਸਾਡਾ ਇਹ ਪ੍ਰੋਗਰਾਮ ਵੇਖ ਕੇ ਕੋਈ ਯੂਥ 'ਚੋਂ, ਕੋਈ ਬਜ਼ੁਰਗਾਂ 'ਚੋਂ, ਕੋਈ ਮੇਰੀਆਂ ਭੈਣਾਂ 'ਚੋਂ ਇੰਸਪਾਇਰ ਹੁੰਦਾ ਆ ਤੇ ਸਾਡੇ ਨਾਲ ਰਾਈਜ਼ਿੰਗ ਰਨਰ ਕਲੱਬ ਨੂੰ ਜੁਆਇਨ ਕਰਨਾ ਚਾਹੁੰਦਾ ਆ, ਸਾਡਾ WhatsApp ਗਰੁੱਪ ਵੀ ਹੈਗਾ ਆ। So can you share the Facebook ID so that people can reach out? बिल्कुल जी, मैं मेरा फेसबुक च मेरे नाम तो ही है, दिलीप शेखावत के नाम तो तुसी गूगल करोगे तो आ जाएगा, तुसी रिक्वेस्ट भेजोगे। तो साडा राइजिंग रनर ग्रुप भी है फेसबुक च ते इंस्टाग्राम च, तुसी वो ज्वाइन करना चाहोगे। असी हर वीकेंड इत्थे सेंट विटाल पार्क च रन करते हैं। जे तुसी सवेरे 7:30 बजे असी इत्थे मिलते हैं, आओ साडे नाल ट्राई करो, वॉक करना वॉक करो, रन करना रन करो, यू नो, कम आउट, बी पार्ट ऑफ कम्यूनिटी, यू नो, एंड आई प्रॉमिस कि तुसी बहुत अच्छा फील करोगे। बिकॉज जिन्होंने लोगों को 3 साल हो गए आंदे हुए, देयर लाइफ हैज़ चेंज्ड। वो अज बड़े बड़े गोल्स चूज़ करने ने। साढ़े ग्रुप चों एक फीमेल ने जिन्हें 100 माइल्स कर लिया 1 साल च। साडी ग्रुप च जड़े जिन्होंने कई सारे ने 50 किलोमीटर की रेसां कंप्लीट कर लियां, तो कुछ जड़े एवरेस्ट बेस कैंप जा रहे हैं, हुण उसकी तैयारी कर रहे हैं। आई थिंक दे आर नाउ गेटिंग द एनर्जी कि सब कुछ पॉसिबल है, सिर्फ कंसिस्टेंसी करके। जे उन्होंने रियलाइज़ हो गया कि साडा जड़ा है कि ट्रस्ट बिल्ड हो गया कि असी कर सकते हैं, नो, कॉन्फिडेंस आ गया कि साडी सपोर्ट है कम्यूनिटी दी, लोग आंदे सानू सपोर्ट करन नू, एंड देयर इज़ अ टीम वर्क। आई थिंक इट्स पॉसिबल। सो आई थिंक कम आउट एंड डू स्टफ, यू नो, यू आर वेलकम। एंड मैं तो चाहूँगा एक बार जरूर ट्राई करो ताकि तुहानू एटलीस्ट कंपेरिजन का मौका मिले कि वॉट इज़ द डिफरेंस। ਥੈਂਕ ਯੂ ਦਲੀਪ ਜੀ, ਥੈਂਕ ਯੂ ਸੋ ਮਚ। ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਇਹ ਪ੍ਰੋਗਰਾਮ ਨੂੰ ਦੇਖਣ ਵਾਸਤੇ। ਤੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜਿਹੜਾ ਵੀ ਕੋਈ ਇਹ ਪ੍ਰੋਗਰਾਮ ਦੇਖ ਰਿਹਾ ਹੈ ਵਿਨੀਪੈਗ ਤੋਂ, ਈਵਨ ਕਿਸੇ ਹੋਰ ਵੀ ਸਿਟੀ ਤੋਂ, ontario ਤੋਂ, BC ਤੋਂ, ਤੁਸੀਂ ਵਰਚੁਅਲੀ ਕਨੈਕਟ ਕਰ ਸਕਦੇ ਹੋ। ਅਸੀਂ ਵਰਚੁਅਲੀ ਰਨ ਕਰਦੇ ਹਾਂ, ਅਸੀਂ ਆਨਲਾਈਨ ਆਲਵੇਜ਼ ਟਰੈਕ ਕਰਦੇ ਹਾਂ ਕਿੰਨਾ ਰਨ ਕੀਤਾ ਹੈ। ਅਤੇ ਆਪਾਂ ਕੁਛ, ਜਿਵੇਂ ਦਲੀਪ ਜੀ ਨੇ ਕਿਹਾ ਕਿ ਆਪਾਂ ਕੁਛ ਵੱਖਰਾ ਕਰਕੇ ਦਿਖਾਈਏ, ਆਪਾਂ ਕੁਛ ਇਹੋ ਜਿਹੇ ਇੰਡੋ ਕੈਨੇਡੀਅਨਸ ਬਣੀਏ ਜਿਹੜੇ ਬਾਕੀ ਸਾਰੀਆਂ ਚੀਜ਼ਾਂ ਨਾਲੋਂ ਕੁਛ ਡਿਫਰੈਂਟ ਕਰਦੇ ਆ। ਅਤੇ ਬਹੁਤ ਹੀ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਦੋਂ US ਅਤੇ ਕੈਨੇਡਾ ਵਿਚਕਾਰ ਸਰਹੱਦ ਪਾਰ ਸ਼ਿਪਿੰਗ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਲੋੜ ਹੈ ਅਜਿਹੀ ਕੰਪਨੀ ਦੀ ਜਿਸ 'ਤੇ ਤੁਸੀਂ ਭਰੋਸਾ ਕਰ ਸਕੋ, ਜਿਸ ਕੋਲ ਕੰਮ ਨੂੰ ਸਹੀ ਢੰਗ ਨਾਲ ਕਰਨ ਦਾ ਅਨੁਭਵ, ਮੁਹਾਰਤ ਅਤੇ ਸਰੋਤ ਹੋਣ। ਤੁਹਾਨੂੰ ਲੋੜ ਹੈ ਫੋਰਟਰੈਕਸ ਦੀ। ਉੱਤਰੀ ਅਮਰੀਕਾ ਵਿੱਚ ਪ੍ਰਮੁੱਖ ਕ੍ਰਾਸ ਬਾਰਡਰ ਟਰੱਕਿੰਗ ਲਈ ਸਭ ਤੋਂ ਭਰੋਸੇਮੰਦ ਅਤੇ ਤਜਰਬੇਦਾਰ ਕੰਪਨੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਫੋਰਟਰੈਕਸ, ਤੁਹਾਡੀ ਆਪਣੀ ਨਾਰਥ ਅਮਰੀਕਾ ਵਾਈਡ ਕੰਪਨੀ। ਫੋਰਟਰੈਕਸ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਕੈਨੇਡਾ ਵਾਈਡ ਅਤੇ ਕ੍ਰਾਸ ਬਾਰਡਰ ਟਰਾਂਸਪੋਰਟ ਸਰਵਿਸਿਜ਼, ਜਿੱਥੇ ਕਿ ਡੈਡੀਕੇਟਿਡ ਰਨਸ ਕੈਲੀਫੋਰਨੀਆ ਅਤੇ ਟੈਕਸਸ ਦੇ ਨਾਲ
ਕੈਨੇਡਾ ਵਾਈਡ ਫਲੈਕਸੀਬਲ ਵਰਕ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ। ਸਾਡੀ ਡਿਸਪੈਚ ਟੀਮ ਕੰਜ਼ਿਊਮਰ ਅਤੇ ਕਸਟਮਰ ਦੋਨਾਂ ਲਈ ਹੀ 24 ਆਵਰ ਕੰਮ ਕਰਦੀ ਹੈ ਅਤੇ ਇਸੇ ਦੇ ਨਾਲ ਹੀ 24 ਆਵਰ ਰੋਡ ਸਾਈਡ ਅਸਿਸਟੈਂਸ ਸਾਡੇ ਡਰਾਈਵਰ ਵੀਰਾਂ ਵਾਸਤੇ ਉਪਲਬਧ ਕੀਤੀ ਜਾਂਦੀ ਹੈ, ਜਿੱਥੇ ਕਿ ਯਾਰਡ ਦੇ ਵਿੱਚ ਹੀ ਤੁਹਾਨੂੰ ਸਕੇਲ, ਕ੍ਰਾਸਟਾਕ ਅਤੇ ਫਿਊਲ ਸਟੇਸ਼ਨ ਦੀਆਂ ਸਰਵਿਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਤੁਹਾਡਾ ਸਮਾਨ, ਪਿਆਰ ਤੇ ਵਿਸ਼ਵਾਸ ਕਿੰਨਾ ਜ਼ਿਆਦਾ ਕੀਮਤੀ ਹੈ, ਇਸ ਗੱਲ ਨੂੰ ਫੋਰਟ ਟਰੈਕਸ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਅਸੀਂ ਇਸ ਨੂੰ ਬਹੁਤ ਸਾਵਧਾਨੀ ਤੇ ਧਿਆਨ ਨਾਲ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ ਹਾਂ। ਸਾਡੀ ਆਧੁਨਿਕ ਟਰੈਕਿੰਗ ਟੈਕਨੋਲੋਜੀ ਦੀ ਮਦਦ ਨਾਲ ਤੁਸੀਂ ਆਪਣੀ ਸ਼ਿਪਮੈਂਟ ਨੂੰ ਟਰੈਕ ਕਰ ਸਕਦੇ ਹੋ। ਇਸ ਲਈ ਭਾਵੇਂ ਮੰਜ਼ਿਲ ਕਿੰਨੀ ਹੀ ਦੂਰ ਕਿਉਂ ਨਾ ਹੋਏ, ਫੋਰਟ ਟਰੈਕਸ ਤੁਹਾਡਾ ਪਿਆਰ ਤੁਹਾਡੇ ਆਪਣਿਆਂ ਤੱਕ ਪਹੁੰਚਾਉਣ ਲਈ ਹੈ ਹਮੇਸ਼ਾ ਤਿਆਰ। ਅੱਜ ਹੀ ਸਾਡੀ ਡਰਾਈਵਰਾਂ, ਵੇਅਰਹਾਊਸਾਂ ਅਤੇ ਲੌਜਿਸਟਿਕ ਮਾਹਿਰਾਂ ਦੇ ਵਿਆਪਕ ਨੈਟਵਰਕ ਨਾਲ ਜੁੜੋ ਤੇ ਆਪਣੇ ਕਾਰੋਬਾਰ ਨੂੰ ਉਚੇਰੇ ਪੱਧਰ ਤੇ ਲੈ ਜਾਓ। ਫੋਰਟ ਟਰੈਕਸ ਤੁਹਾਡਾ ਭਰੋਸਾ ਹਮੇਸ਼ਾ ਬਰਕਰਾਰ ਰੱਖਦੀ ਆਈ ਹੈ ਤੇ ਹਮੇਸ਼ਾ ਰੱਖੇਗੀ। ਹੋਰ ਜਾਣਨ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ। ਬੈਡ ਹੇਅਰ ਡੇ, ਡੋਂਟ ਵਰੀ, ਅਸੀਂ ਤੁਹਾਡੀ ਹਰ ਜ਼ਰੂਰਤ ਨੂੰ ਸਮਝਦੇ ਹਾਂ। ਸ਼ਹਿਰ ਦੀ ਸਭ ਤੋਂ ਵਧੀਆ ਤੇ ਬਜਟ ਫ੍ਰੈਂਡਲੀ ਹੇਅਰ ਸੈਲੂਨ ਵਿੱਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਮਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਸ ਆਰਜੇ ਹੇਅਰ ਸਲੂਨ ਤੋਂ। ਸਾਡੇ ਟੈਲੈਂਟਡ ਸਟਾਈਲਿਸਟ ਤੁਹਾਨੂੰ ਆਪਣੀ ਪਸੰਦ ਅਨੁਸਾਰ ਹੇਅਰ ਕੱਟ, ਕਲਰ ਅਤੇ ਸਟਾਈਲ ਦਿੰਦੇ ਨੇ ਜੋ ਤੁਹਾਡੀ ਲੁੱਕ ਨੂੰ ਸੂਟ ਕਰਦਾ ਹੈ। ਇਸ ਲਈ ਸਿਰਫ ਉੱਚ ਗੁਣਵੱਤਾ ਵਾਲੇ ਪ੍ਰੋਡਕਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਤੁਹਾਡਾ ਸਟਾਈਲ ਤੇ ਖੂਬਸੂਰਤੀ ਰਹੇ ਹਮੇਸ਼ਾ ਬਰਕਰਾਰ। ਆਰਜੇ ਹੇਅਰ ਸਲੂਨ ਤੁਹਾਨੂੰ ਪ੍ਰੋਵਾਈਡ ਕਰਦਾ ਹੈ ਹੇਅਰ ਸਮੂਥਨਿੰਗ, ਕੈਰਾਟਿਨ ਹੇਅਰ ਸਮੂਥਨਿੰਗ, ਕੈਰਾਟਿਨ ਟ੍ਰੀਟਮੈਂਟਸ, ਹੇਅਰ ਕੱਟ, ਹੇਅਰ ਸਪਾਸ, ਕਲਰ ਕਰੈਕਸ਼ਨਸ, ਰੂਟ ਰੀਟੱਚ, ਹਾਈਲਾਈਟਸ, ਬੈਲਿਆਜ। ਇਸੇ ਦੇ ਨਾਲ ਮੈਨਸ ਸੈਕਸ਼ਨ ਦੇ ਵਿੱਚ ਅਸੀਂ ਪ੍ਰੋਵਾਈਡ ਕਰਦੇ ਹਾਂ ਹੇਅਰ ਕੱਟਸ, ਫੇਡਸ, ਸ਼ੇਵ, ਬੀਅਰਡ ਟ੍ਰਿਮਸ ਐਂਡ ਸਪੈਸ਼ਲੀ ਬੀਅਰਡ ਟ੍ਰਿਮਸ ਵਿਦ ਸੀਜ਼ਰ। ਸਾਡੇ ਕੋਲੇ ਸਾਰਾ ਸਟਾਫ ਬਹੁਤ ਹੀ ਕੁਆਲੀਫਾਈਡ ਹੈ। ਸਾਰੀ ਸਰਵਿਸਿਜ਼, ਵੈਕਸਿੰਗ, ਕੈਰਾਟਿਨ, ਸਮੂਥਨਿੰਗ, ਹਾਈਲਾਈਟਸ, ਐਵਰੀਥਿੰਗ ਵੀ ਪ੍ਰੋਵਾਈਡ ਹੇਅਰ। ਅਸੀਂ ਗਾਰੰਟੀ ਦਿੰਦੇ ਹਾਂ ਕਿ ਸੈਲੂਨ ਤੋਂ ਬਾਹਰ ਨਿਕਲਦੇ ਸਾਰ ਤੁਸੀਂ ਮਹਿਸੂਸ ਕਰੋਗੇ ਥੋੜਾ ਜ਼ਿਆਦਾ ਖੂਬਸੂਰਤ, ਥੋੜਾ ਹੋਰ ਜ਼ਿਆਦਾ ਕੌਨਫੀਡੈਂਟ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਮਨਵੀਰ ਸਿੰਘ ਤੇ ਮੈਂ ਬਰੈਂਪਟਨ ਤੋਂ ਮੂਵ ਹੋਇਆ ਸੀ ਵਿਨੀਪੈਗ ਤੇ ਮੈਂ ਸਰਚ ਕਰਦਾ ਸੀਗਾ ਬੈਸਟ ਹੇਅਰ ਸਲੂਨ ਇਨ ਵਿਨੀਪੈਗ ਤੇ ਮੈਨੂੰ ਪਹਿਲੇ ਨੰਬਰ ਤੇ ਆਇਆ ਆਰਜੇ ਹੇਅਰ ਸਲੂਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਤਰੁਣ। ਮੈਂ ਤੁਹਾਨੂੰ ਰეკਮੈਂਡ ਕਰਾਂਗਾ ਕਿ ਆਰਜੇ ਹੇਅਰ ਸਲੂਨ ਤੇ ਆਓ ਤੇ ਇੱਥੇ ਤੁਹਾਨੂੰ ਆਪਣੇ ਹਰ ਤਰ੍ਹਾਂ ਦੀ ਹੇਅਰ ਸਟਾਈਲਿੰਗ ਔਰ ਬੀਅਰਡ ਸਟਾਈਲਿੰਗ ਮਿਲ ਜੇਗੀ। Hi, my name is Lindsay. I've been coming to RJ Hair Salon since they opened up 4 years ago and Jazz has always been fantastic with my hair. ਅਸੀਂ ਸਿਰਫ ਹੇਅਰ ਕੱਟ ਨਹੀਂ ਕਰਦੇ ਬਲਕਿ ਤੁਹਾਡੀ ਖੂਬਸੂਰਤੀ ਸੰਵਾਰਦੇ ਹਾਂ ਕਿਉਂਕਿ ਸਾਡਾ ਮੰਨਣਾ ਹੈ ਜਦੋਂ ਤੁਸੀਂ ਖੁਦ ਨੂੰ ਚੰਗੇ ਲੱਗਦੇ ਹੋ ਤਾਂ ਤੁਹਾਨੂੰ ਸਭ ਚੰਗਾ ਲੱਗਦਾ ਹੈ। Your own saloon, your own style. ਤਾਂ ਇਸ ਨਾਲ ਹੀ ਸਾਡੀ ਅਨਦਰ ਆਰਜੇ ਹੇਅਰ ਸਲੂਨ ਦੀ ਬ੍ਰਾਂਚ ਓਪਨ ਹੋ ਰਹੀ ਹੈ ਜਿਹਦੀ ਕਿ ਲੋਕੇਸ਼ਨ ਆ 601 ਮਨਰੋ ਐਵੀਨਿਊ। ਤਾਂ ਤੁਸੀਂ ਉੱਥੇ ਵੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਈਸਟ ਦੇ ਵਿੱਚ ਰਹਿੰਦੇ ਕਸਟਮਰਸ ਲਈ ਨੇੜੇ ਆ ਤੇ ਸਾਡਾ ਕੰਟੈਕਟ ਨੰਬਰ ਆ 2049988959। ਆਪਣੇ ਵਾਲਾਂ ਦੀ ਸਕਿਨ ਨੂੰ ਦਿਓ ਇੱਕ ਨਵੀਂ ਪਹਿਚਾਨ। ਅੱਜ ਹੀ ਕਾਲ ਕਰੋ ਜਾਂ ਵਿਜ਼ਿਟ ਕਰੋ ਆਰਜੇ ਹੇਅਰ ਸੈਲੂਨ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਹੀ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨਾਂ, ਟਰੱਕ, SUV ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ
फ़ोन कर लो 2044211300 ਤੇ ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ, ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋਬੋਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚੱਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋਬੋਡੀ 64 ਸੈਡਰ ਸਟਰੀਟ, ਵਿਨੀਪੈਗ MB, ਕੈਨੇਡਾ, ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300। ਕੀ ਤੁਸੀਂ ਆਪਣੇ ਕਾਰੋਬਾਰ ਵਿੱਚ ਟਰਾਂਸਪੋਰਟੇਸ਼ਨ ਲਈ ਇੱਕ ਭਰੋਸੇਯੋਗ ਸਾਥੀ ਦੀ ਭਾਲ ਕਰ ਰਹੇ ਹੋ ਤਾਂ ਤੁਹਾਨੂੰ ਲੋੜ ਹੈ ਮਹਿਤੋਜ ਗਰੁੱਪ ਲਿਮਟਿਡ ਦੀ, ਜੋ ਕਿ ਹਨ ਭਰੋਸੇਮੰਦ, ਕੁਸ਼ਲ ਤੇ ਕਿਫਾਇਤੀ। ਸਾਡੇ ਮਾਹਿਰਾਂ ਦੀ ਟੀਮ ਯਕੀਨੀ ਬਣਾਉਂਦੀ ਹੈ ਕਿ ਤੁਹਾਡੇ ਸਾਮਾਨ ਨੂੰ ਸਮੇਂ ਸਿਰ ਆਪਣੀ ਮੰਜ਼ਿਲ ਤੇ ਪਹੁੰਚਾਇਆ ਜਾ ਸਕੇ। ਸਾਡੇ ਉન્નਤ ਟਰੈਕਿੰਗ ਸਿਸਟਮ ਨਾਲ ਤੁਸੀਂ ਆਪਣੀਆਂ ਕੀਮਤੀ ਚੀਜ਼ਾਂ ਨੂੰ ਟਰੈਕ ਵੀ ਕਰ ਸਕਦੇ ਹੋ। ਵੇਅਰਹਾਊਸਿੰਗ ਤੇ ਡਿਸਟ੍ਰੀਬਿਊਸ਼ਨ ਤੋਂ ਲੈ ਕੇ ਡਿਲੀਵਰੀ ਤੱਕ ਸਾਡੇ ਕੋਲ ਤੁਹਾਡੀਆਂ ਸਾਰੀਆਂ ਆਵਾਜਾਈ ਲੋੜਾਂ ਨੂੰ ਸੰਭਾਲਣ ਲਈ ਤਜਰਬਾ ਤੇ ਬੁਨਿਆਦੀ ਢਾਂਚਾ ਹੈ। We are a safety first company with a strong commitment to drivers' well-being. Based in Winnipeg's Centreport district, Mataj is a great place to begin your career and take it to new heights. So my name's Rick. I've been working here for several years now. Mostly what we do inside the shop is we do lots of safeties, lots of repairs, brake jobs, and lots of warranty work on Freightliners. We do lots of servicing inside the shop, trucks, trailers, lots of lighting problems and stuff like that. ਲੌਜਿਸਟਿਕਸ ਨੂੰ ਆਪਣੇ ਕਾਰੋਬਾਰ ਨੂੰ ਰੋਕਣ ਨਾ ਦਿਓ। ਸਾਨੂੰ ਭਾਰੀ ਲਿਫਟਿੰਗ ਨੂੰ ਸੰਭਾਲਣ ਦਿਓ ਤਾਂ ਜੋ ਤੁਸੀਂ ਧਿਆਨ ਕੇਂਦਰਿਤ ਕਰ ਸਕੋ ਆਪਣੇ ਕਾਰੋਬਾਰ ਤੇ। ਮਹਿਤੋਜ ਗਰੁੱਪ ਲਿਮਟਿਡ ਨੂੰ ਬਣਾਓ ਆਪਣਾ ਮਦਦਗਾਰ ਤਾਂ ਜੋ ਤੁਸੀਂ ਨਿਸ਼ਚਿਤ ਹੋ ਕੇ ਸੰਭਾਲ ਸਕੋ ਆਪਣਾ ਕਾਰੋਬਾਰ। ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਅੱਜ ਹੀ ਸੰਪਰਕ ਕਰੋ।